ਭਾਈ ਤੁਹਾਡੀ ਮਿਹਰਬਾਨੀ ਆ ਮੇਰੇ ਹੱਥ ਵੇਖਿਓ ਇੱਕ ਕਲਿੱਪ ਜਿਹੜਾ ਨਾ ਵਾਇਰਲ ਹੋ ਜਾਂਦੇ ਨੇ ਜੀ ਉਸਮਾਨ ਸਾਹਿਬ ਤੋਂ ਕਹਤੇ ਜੀ ਭਈਆ ਤੁਹਾਡਾ ਰਾਮੀ ਕਰੋ ਜੀ ਬੈਗ ਕੰਮ ਕਰਨ ਦੀ ਕਾਦੀ ਲੋੜ ਪਤਾ ਲੱਗਾ ਕੱਲ ਸਵੇਰ ਜਾ ਕੇ ਸਾਰੇ ਛੋਟੇ ਬੱਚੇ ਜਿਹੜੇ ਨੇ ਨਾ ਉਹ ਆਪਣੇ ਸਕੂਲਾਂ ਯੂਨੀਵਰਸਿਟੀਆਂ ਦਫ਼ਤਰਾਂ ਤੋਂ ਰਿਜ਼ਾਈਨ ਦੇ ਕੇ ਘਰ ਆ ਜਾਣ ਬੋਲਣਾ ਜੀ ਵੱਡਾ ਭਰਾ ਲੱਗਿਆ ਕੰਮ ਕਰਨ। ਵਾਹ ਜੀ ਵਾਹ ਜੀ ਪਲੀਜ਼ ਆਪ ਇੱਥੇ ਬਹਿ ਕੇ 5-5 ਸਾਲ ਕਮੇਟੀ ਪਾ ਕੇ ਪੈਸੇ ਜੋੜੀ ਦੇ ਨੇ ਕਿ ਹੁਣ ਛੁੱਟੀ ਕਰਨ ਪਾਕਿਸਤਾਨ ਜਾਈਏ। ਪਾਕਿਸਤਾਨ ਅੱਜ ਤੁਸੀਂ 32 ਸਾਲ ਦੇ ਬੱਚੇ ਨੂੰ ਵੀ ਛੇੜੋ ਨਾ ਜਿਹਦੇ ਦੋ ਭਰਾ ਅਮਰੀਕਾ ਬੈਠੇ ਹੋਣ ਕੋਈ ਕੰਮ ਕਰੋ ਕਹਿੰਦਾ ਜਾ ਮੇਰਾ ਭਰਾ ਅਮਰੀਕਾ ਹੁੰਦਾ ਮੈਨੂੰ ਕਦੀ ਲੋੜ ਹੈ ਕੰਮ ਕਰਨ ਦੀ। ਉਹ ਬਸ ਕਰ ਦਿਓ ਤੁਹਾਡਾ ਭਰਾ ਅਗਰ ਤੁਹਾਨੂੰ ਇੱਕ ਵਕਤ ਦੀ ਰੋਟੀ ਵਾਸਤੇ ਵੀ ਪੈਸੇ ਭੇਜ ਦਿੰਦਾ ਨਾ ਤੁਹਾਡੇ ਇਵਨ ਕੰਮ ਵਾਸਤੇ ਵੀ ਸਪੋਰਟ ਕਰਦਾ ਉਹਦਾ ਅਹਿਸਾਨ ਹੈ। ਪਿਓ ਦਾ ਵੀ ਇਹ ਫਰਜ਼ ਨਹੀਂ ਕਿ ਤੁਸੀਂ ਬੱਚਿਆਂ ਲਈ ਆਪ ਹੋ ਜਾਓ ਤੁਸੀਂ 40 ਸਾਲਾਂ ਦੇ ਬਾਬੇ ਹੋ ਜਾਓ ਮੇਰੇ ਹਰ ਗੰਜੇ ਹੋ ਜਾਓ ਤੇ ਉਸ ਤੋਂ ਬਾਅਦ ਹੀ ਪਿਓ ਤੁਹਾਨੂੰ ਬਹਿ ਕੇ ਖਵਾਉਂਦਾ ਰਹੇ ਐਸਾ ਕੋਈ ਫਰਜ਼ ਨਹੀਂ। ਖੁਦਾ ਦਾ ਵਾਸਤਾ ਕੰਮ ਕਰ ਖੁਦਾ ਦਾ ਵਾਸਤਾ। ਉਹ ਸਾਡੇ ਵੱਡਿਆਂ ਨੇ ਨਹੀਂ ਸੀ ਕੀਤਾ। ਖੁਦਾ ਦਾ ਵਾਸਤਾ ਹੈ ਸਰ ਇਹ ਮੇਰੇ ਹੱਥ ਜੋੜੇ ਨੇ ਸਾਡੇ ਵੱਡਿਆਂ ਨੇ ਨਹੀਂ ਕੀਤਾ ਉਹਨਾਂ ਦੇ ਵੱਡਿਆਂ ਨੇ ਨਹੀਂ ਸੀ ਕੀਤਾ। ਸਾਡੇ ਤਵੱਕਲ ਬੜੀ ਅੱਛੀ ਚੀਜ਼ ਹੈ ਪਰ ਤਵੱਕਲ ਤੋਂ ਪਹਿਲਾਂ ਤਦਬੀਰ ਕਰ ਲਓ ਉੱਠ ਕੇ ਕੋ ਕੰਮ ਕਰ ਲਓ। ਖੁਦਾ ਦਾ ਵਾਸਤਾ ਨਲਾਇਕਾਂ ਦੇ ਬਸਤੇ ਭਾਰੀ ਕਰਨਾ ਛੋੜ ਦਿਓ ਉੱਠ ਕੇ ਤੇ ਕੰਮ ਕਰ ਲਓ ਨਿਕਲ ਪਾਓ ਮਾਰਕੀਟ। ਪੈਸੇ ਨਾਲ ਤੋਲਦੇ ਵੀ ਹੋ ਤੇ ਪੈਸਾ ਕਮਾਉਣ ਵਾਸਤੇ ਬੱਚੇ ਨੂੰ ਘਰੋਂ ਜਾਣ ਵੀ ਨਹੀਂ ਦਿੰਦੇ। ਕਹਿੰਦੇ ਹੋ ਬੱਚਾ ਬਵੇ ਵੀ ਘਰ 22 ਸਾਲਾਂ ਦਾ 24 ਸਾਲਾਂ ਦਾ ਬੱਚਾ ਸਾਡਾ ਉਹ ਘਰ ਬੈਠੇ ਉਹਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਪਿਓ ਮਾਸ਼ਾਅੱਲਾ ਬਹੁਤ ਅੱਛਾ ਕਮਾਉਂਦਾ। ਤਰੱਕੀ ਦਾ ਇਹੀ ਅਸੂਲ ਦਿੱਤਾ ਹੈ ਕਿ ਤਰੱਕੀ मतलब सुबह उठो अल्लाह सुबह तलुए आफ्ताब के वक्त रिज्क की तलाश में निकल जाओ। 11 ਵਜੇ ਮੈਂ ਗਿਆ ਸ਼ਾਲਮੀ ਮਾਰਕੀਟ ਤੇ ਯੱਦਾ ਬਾਜ਼ਾਰ ਸੁੱਤੇ ਅਸੀਂ ਕਹਿੰਦੇ ਇਹ ਟਾਈਮ ਨਹੀਂ ਹੋਇਆ 12 ਵਜੇ ਖੋਲਾਂਗੇ। ਜਾਓ ਤੁਸੀਂ ਕਰਾਚੀ ਦੀ ਜਾ ਕੇ ਕਿਹੜੀ ਮਾਰਕੀਟ ਤੁਸੀਂ ਖੋਲਦੇ ਹੋ 7 ਵਜੇ ਯਾਰ ਇੱਥੇ ਤੁਸੀਂ ਇਹ ਹੁਣ ਗੂਗਲ ਖੋਲ ਲਓ ਕੋਈ ਰਿਟੇਲ ਦੀ ਸ਼ਾਪ ਕੋਈ ਸਟੋਰ ਕੋਈ ਬਿਜ਼ਨਸ ਕੋਈ ਆਫਿਸ 7 o'clock ਸ਼ਾਪ ਦੇ ਆਰ ਓਪਨ ਇਨ ਦ ਮਾਰਨਿੰਗ। ਲੋਕ ਭਾਜੀ ਰਹੀਲ ਸਾਹਿਬ ਡਾਲਰਾਂ ਚ ਕਮਾ ਰਹੇ ਹੋ ਹੈ ਜੀ ਬਿਲਕੁਲ ਬੜੀਆਂ ਮੌਜਾਂ ਲੱਗੀ ਦੀਆਂ ਨੇ ਕਿਉਂ ਜੀ ਰਹੀਲ ਸਾਹਿਬ? ਸ਼ੁਕਰ ਅਲਹਮਦੁਲਿਲਾ। ਲੋਕੀ ਕਹਿੰਦੇ ਨੇ ਜਨਾਬ ਤੁਹਾਡੀ $3000 ਸੈਲਰੀ ਹੈ ਤੁਹਾਡੀ $5000 ਸੈਲਰੀ ਹੈ 5000 ਰੁਪਏ 300 ਇਹ 15 ਲੱਖ ਰੁਪਇਆ ਤੁਸੀਂ ਮਹੀਨੇ ਦਾ ਜਨਾਬ ਹੈ 15 ਲੱਖ ਰੁਪਇਆ ਤੁਸੀਂ ਮਹੀਨੇ ਦਾ ਕਮਾਉਂਦੇ ਹੋ ਤੁਹਾਡੀ ਤੇ ਮੌਜਾਂ ਲੱਗੀ ਦੀਆਂ ਨੇ ਨਾ। ਬਿਲਕੁਲ ਠੀਕ ਹੈ। ਬਾਕੀ ਕੀਲ ਸਾਹਿਬ ਸੌਰੀ ਰਹੀਲ ਸਾਹਿਬ ਮੌਜਾਂ ਲੱਗੀ ਦੀਆਂ ਨੇ ਜਾਂ ਸਰ ਇੱਥੇ ਆ ਕੇ ਤੁਸੀਂ ਦੇਖੋ ਨਾ ਇੱਥੇ ਆ ਕੇ ਦੇਖੋ ਮੌਜਾਂ ਦੀ ਡੈਫੀਨੇਸ਼ਨ ਨਾ ਇੱਥੇ ਅਮਰੀਕਾ ਵਿੱਚ ਰਹਿਣ ਵਾਲਾ ਬੰਦਾ ਉਹਦੀ ਹੋਰ ਹੈ ਤੇ ਪਾਕਿਸਤਾਨ ਵਿੱਚ ਬੈਠੇ ਬੰਦੇ ਦੀ ਮੌਜਾਂ ਦੀ ਡੈਫੀਨੇਸ਼ਨ ਹੋਰ ਹੈ। ਅੱਛਾ ਜੀ। ਪਾਕਿਸਤਾਨ ਵਿੱਚ ਜਿਹੜਾ ਬੰਦਾ ਬੈਠਾ ਉਹਨੇ ਜਿਹੜੇ ਮਲਟੀਪਲਾਈ ਕਰਦੇ ਨਾ 15 ਲੱਖ ਰੁਪਇਆ ਕਮਾ ਰਹੇ ਹੋ ਉਹਨੇ ਤੇ ਕਹਿਣਾ ਯਾਰ ਲੁੱਟ ਪਈ ਹੈ ਆਏ ਹਾਏ ਹਾਏ। ਠੀਕ ਹੈ ਜੀ ਸਰ ਇੱਥੇ ਅਸੀਂ ਜਿਹੜਾ 3000 ਜਿਹੜਾ ਕਮਾ ਰਿਹਾ ਨਾ ਜਿਹੜਾ ਗਰੀਬ ਦਾ ਬੱਚਾ ਸਰ ਉਹ ਗਰੀਬ ਦਾ ਬੱਚਾ ਹੈ ਯਕੀਨ ਕਰੋ ਉਹ ਹੋ ਅਲਟੀਮੇਟ ਗਰੀਬ ਸਰ ਛੋਟਾ ਮੋਟਾ ਨਹੀਂ ਅਲਟੀਮੇਟ 3000 ਦਾ ਮਤਲਬ 36000 a year ਮਤਲਬ ਤੁਸੀਂ $36,000 ਸਾਲ ਦਾ ਕਮਾਉਂਦੇ ਹੋ ਪਏ ਸਰ ਤੁਸੀਂ ਤੇ ਇੱਕ ਘਰ ਵੀ ਨਹੀਂ ਅਫੋਰਡ ਕਰ ਸਕਦੇ 2 ਕਮਰੇ ਦਾ ਆਪਣਾ ਲੈ ਕੇ ਇੱਕ ਅੱਛੀ ਜਗ੍ਹਾ ਤੇ। 2 ਕਮਰਾ ਤੋਂ ਮੁਰਾਦ ਕਿੰਨੀ ਹੈ 2 ਮਰਲੇ ਕਿ 1.5 ਮਰਲੇ ਕਿ 10 ਮਰਲੇ? ਸਰ 2 ਮਰਲੇ 2.5 ਮਰਲੇ ਦਾ ਹਿਸਾਬ ਨਹੀਂ ਕਰ ਸਕਦੇ ਅਸੀਂ ਇਥੇ ਸਕੁਅਰ ਫਿਟ ਦਾ ਹਿਸਾਬ ਹੁੰਦਾ ਜੀ। 1000 ਸਕੁਅਰ ਫਿਟ ਦਾ 2 ਬੈਡਰੂਮ ਦਾ ਅਪਾਰਟਮੈਂਟ ਤੁਸੀਂ ਕਿਸੇ ਚੰਗੀ ਥਾਂ ਤੇ ਲਵੋਗੇ ਨਾ ਤੇ ਤੁਹਾਨੂੰ $2000 ਤੇ ਰੈਂਟ ਪਵੇਗਾ। $2000 ਰੈਂਟ ਪੈ ਗਿਆ ਯੂਟਿਲਿਟੀ ਦੇ ਬਗੈਰ ਯੂਟਿਲਿਟੀਜ਼ ਬਗੈਰ ਯਾਨੀ ਮੈਂ 2 ਮਰਲੇ ਕੰਸੀਡਰ ਕਰ ਹਾਂ ਜੀ 2 ਮਰਲੇ ਕਰ ਲਓ 3 ਮਰਲੇ ਕਰ ਲਓ 2 ਮਰਲੇ 3 ਮਰਲੇ ਦਾ ਮਕਾਨ ਉਹ ਬੰਦਾ $3000 ਕਮਾਉਣ ਵਾਲਾ ਬੰਦਾ ਘਰ ਅਫੋਰਡ ਨਹੀਂ ਕਰ ਸਕਦਾ ਸਰਵਾਈਵ ਨਹੀਂ ਕਿਸੇ ਨਾਲ ਕਿਸੇ ਦੀ ਬੇਸਮੈਂਟ ਨੂੰ ਰੈਂਟ ਤੇ ਲੈ ਕੇ 1000 700 800 ਜਾਂ 1000 ਜਾਂ 1200 ਤੱਕ ਦਾ ਬੇਸਮੈਂਟ ਰੈਂਟ ਤੇ ਲੈ ਕੇ ਰਹਿੰਦਾ। ਰੋਟੀ ਤੇ ਚੰਗੀ ਖਾ ਸਕਦਾ ਕਿ ਨਹੀਂ 3000 ਵਾਲਾ ਰੋਟੀ ਖਾ ਲੇਗਾ। ਦੇਖੋ ਰੋਟੀ ਦੀ ਖੂਬਸੂਰਤੀ ਹੈ ਅਮਰੀਕਾ ਵਿੱਚ ਰੋਟੀ ਜਿੰਨਾ ਲੇਬਰ ਤੋਂ ਲੇਬਰ ਤਬਕਾ ਵੀ ਹੈ ਨਾ ਰੋਟੀ ਉਹ ਖਾ ਲੈਂਦਾ। ਰੋਟੀ ਕਿਉਂ ਖਾ ਲੈਂਦਾ ਇੱਥੇ ਤੁਹਾਨੂੰ ਭਾਜੀ ਮੈਕਡੋਨਲਡ ਲੱਭ ਜਾਂਦਾ $2 ਦਾ। ਅੱਛਾ ਜੀ $2 ਦਾ ਮੈਕਡੋਨਲਡ। ਪਾਕਿਸਤਾਨ ਦੀ ਮੈਕਡੋਨਲਡ ਜਿਹੜੀ ਹੈ ਨਾ ਇੱਕ ਬੜੀ ਫਾਈਨ ਡਾਈਨ ਅਯਾਸ਼ੀ ਸਮਝੀ ਜਾਂਦੀ ਹੈ ਇੱਕ ਬੜਾ ਅੱਛਾ ਫੂਡ ਹੈ ਮੈਕਡੋਨਲਡ ਦਾ 버ਗਰ ਖਾਣਾ ਮੈਕ ਚਿਕਨ ਇੱਥੇ ਤੁਸੀਂ ਮੈਕ ਚਿਕਨ $2 $3 ਵਿੱਚ ਤੁਹਾਨੂੰ ਮੈਕ ਚਿਕਨ ਲੱਭ ਜਾਂਦਾ। ਅਸੀਂ ਨਹੀਂ ਖਾਂਦੇ ਅਸੀਂ ਪਾਕਿਸਤਾਨ ਚ ਵੀ ਤੇ ਭਾਈਜਾਨ 40 ਰੁਪਏ ਦੇ ਵਿੱਚ ਇੱਕ ਆਲੂ ਵਾਲਾ ਨਾਨ ਲੱਭ ਜਾਂਦਾ। ਐਗਜ਼ੈਕਟਲੀ ਥੈਂਕ ਯੂ। ਸੋ the difference between lower and upper class is the same। ਇੱਥੇ ਵੀ ਉਹੀ ਹੈ ਕਿ ਜਿਹੜਾ $3000 ਕਮਾ ਰਿਹਾ ਉਹਨੂੰ ਦੇਖਣ 'ਚ ਵਿਚਾਰੇ ਨੂੰ ਪਿਛਲਿਆਂ ਦਾ ਤੇ ਜਦੋਂ ਫੋਨ ਆਉਂਦਾ ਨਾ ਉਹ ਯਾਰ ਤੂੰ ਤਾਂ 15 ਲੱਖ ਰੁਪਇਆ ਕਮਾ ਰਿਹਾ ਤੇ ਤੂੰ ਭੇਜ ਦੇ ਸਾਨੂੰ ਈਦ ਆਈ ਹੈ ਸ਼ਬਰਾਤ ਆਈ ਹੈ ਦੇਣ ਲੈਣ ਆਇਆ ਸਰ ਉਹ ਵਿਚਾਰੇ ਕੋਲ ਨਹੀਂ ਬਚਦੇ ਪੈਸੇ। $3000 ਦੇ ਵਿੱਚ ਬੇਸਿਕਲੀ $100 ਸੇਵ ਕਰਕੇ ਪਿੱਛੇ ਭੇਜਣਾ ਇਜ਼ ਅ ਬਿਗ ਡੀਲ। $100 ਭਾਈ ਜੀ ਤੁਸੀਂ ਕਹਿੰਦੇ ਉੱਥੇ ਲੋਕੀ ਕਹਿੰਦੇ ਨੇ $3000 ਕਮਾ ਰਹੇ ਆ 9 ਲੱਖ ਰੁਪਈਆ ਤੇ $3000 ਦੇ ਵਿੱਚ ਤੁਹਾਡੇ ਕੋਲ ਆਪਣਾ ਘਰ ਨਹੀਂ ਹੈਗਾ ਨਾ ਤੁਹਾਡਾ ਮੇਜਰ ਐਕਸਪੈਂਸ 70% 80% ਤੋਂ ਲੈ ਕੇ ਤੁਹਾਡੀ ਰੈਜ਼ੀਡੈਂਸ ਤੇ ਤੁਹਾਡੇ ਬਿਲਸ ਨੇ ਤੁਹਾਡੇ ਕੋਲ ਸਿਰਫ 20% ਬਚਦਾ ਬਾਕੀ ਤੁਹਾਡੀ ਆਪਣੀ ਨਹੀਂ। ਤੁਸੀਂ ਤੇ ਫਿਰ ਜਿਹੜੇ ਓਵਰਸੀਜ਼ ਪਾਕਿਸਤਾਨ ਨਹੀਂ ਰਹੇ ਤੁਸੀਂ ਉੱਥੇ ਆਂਦੇ ਹੋ ਇਹ ਵੱਡੀਆਂ ਗੱਡੀਆਂ ਕਢਾਉਂਦੇ ਹੋ ਮਾਇਆ ਦੇ ਲਈ ਕੱਪੜੇ ਪਾਉਂਦੇ ਹੋ ਜੀ ਤੇ ਉੱਥੇ ਆ ਕੇ ਸ਼ਾਦੀਆਂ ਦੇ ਉੱਤੇ ਇਹ ਡਾਲਰ ਲਟਾਉਂਦੇ ਹੋ
ਸਾਡਾ ਤੇ ਤੁਸੀਂ ਪੂਰਾ ਮਤ ਮਾਰ ਜਾਂਦੇ ਕੋਲ ਸਰ ਉਹ ਕਹਿੰਦੇ ਨੇ ਇੱਕ ਦਫਾ ਇੱਕ ਐਗਜ਼ਾਮਪਲ ਬੜੀ ਚੱਲਦੀ ਹੈ, ਉਹ ਕਹਿੰਦੇ ਨੇ ਜੀ ਸਾਰੀ ਜ਼ਿੰਦਗੀ ਆਪਣੀ ਜਾਇਦਾਦਾਂ ਵੇਚ ਕੇ, ਮਾਂ ਦਾ ਜ਼ੇਵਰ ਵੇਚ ਕੇ ਤੇ ਪਿਓ ਦੀ ਜਾਇਦਾਦ ਵੇਚ ਕੇ ਤੇ ਪੈਸੇ ਲਾਏ ਕਿ ਅਮਰੀਕਾ ਚੱਲੇ ਆ ਜਾਂ ਬਾਹਰ ਚੱਲੇ ਆ। ਇੱਥੇ ਬਹਿ ਕੇ 5-5 ਸਾਲ ਕਮੇਟੀ ਪਾ ਕੇ ਤੇ ਪੈਸੇ ਜੋੜੀ ਦੇ ਨੇ ਕਿ ਹੁਣ ਛੁੱਟੀ ਕਰਨ ਪਾਕਿਸਤਾਨ ਜਾਈਏ, ਟਿਕਟ ਲੈਣ ਵਾਸਤੇ। ਟਿਕਟ ਲੈਣਾ ਟਿਕਟ ਸਰ 2000-2500 ਡਾਲਰ ਦੀ ਅੱਜ ਕੱਲ ਟਿਕਟ ਕਿੱਥੋਂ ਅਫੋਰਡ ਹੋਣੀ ਹੈ ਤੁਹਾਡੇ ਕੋਲ? $3000 ਵਾਲੇ ਬੰਦੇ ਕੋਲ ਸਰ ਟਿਕਟ। ਉਹ 5-5 ਸਾਲ ਵਿਚਾਰਾ ਮਿਹਨਤ ਕਰਕੇ ਜੋੜਦਾ ਪੈਸੇ। ਮੈਂ 5 ਸਾਲ ਬਾਅਦ ਜਾਣਾ ਭਰਾ ਦੇ ਵਿਆਹ ਤੇ, ਫਿਰ ਉਹ ਜਦੋਂ ਜਾਂਦਾ ਨਾ ਇੱਥੋਂ ਕ੍ਰੈਡਿਟ ਕਾਰਡ ਮਾਰ ਕੇ ਬੈਂਕ ਤੋਂ ਲੋਨ ਲੈ ਕੇ ਜਿਸ ਤਰ੍ਹਾਂ ਵੀ ਕਰਕੇ ਜਾਂ ਆਪਣੀ ਜੋੜ ਤੋੜ ਕਰਕੇ, ਫਿਰ ਉੱਥੇ ਜਾ ਕੇ ਕਹਿੰਦਾ ਹੁਣ ਤੇ ਆਇਆ ਮੈਂ ਅਮਰੀਕੂ, ਤੇ ਮੈਂ ਹੁਣ ਅਮਰੀਕੂ ਆਇਆ ਤਾਂ ਹੁਣ ਮੈਂ ਤੇ ਸ਼ਬਸ਼ਬਾ ਤੇ ਦਿਖਾਣਾ ਨਾ ਪਿੰਡ ਵਾਲਿਆਂ ਨੂੰ। ਸ਼ਬਸ਼ਬਾ ਲੇਕਿਨ ਦੇਖੋ ਗੱਲ ਹੈ ਵੇ ਕਿ ਇੱਕ ਭੈਣ ਭਾਈ ਨੇ, ਇਹਨਾਂ ਕੋਲ ਵੀ ਮੈਂ ਸਵਾਲ ਪੁੱਛਿਆ ਸੀ, 8-10 ਭੈਣ ਭਾਈ ਨੇ ਜੀ, ਠੀਕ ਹੈ, ਉਹਨਾਂ ਚੋਂ ਇੱਕ ਭਰਾ ਜਿਹੜਾ ਵੇ ਨਾ ਇੱਥੇ ਆ ਗਿਆ, ਉਹ ਮਾਮੂ ਵੀ ਬਣ ਗਿਆ ਤੇ ਉਹ ਤਾਇਆ ਵੀ ਬਣ ਗਿਆ, ਚਾਚਾ ਵੀ ਬਣ ਗਿਆ, ਤੇ ਆਪਣੀ ਭੈਣਾਂ ਦੇ ਬੱਚੇ ਤੇ ਭਰਾਵਾਂ ਦੇ ਬੱਚੇ ਵੀ ਨਾ, ਉਹ ਜਿਹੜਾ ਹਿਊਸਟਨ 'ਚ ਬੈਠਾ ਜਾਂ ਨਿਊਯਾਰਕ 'ਚ ਬੈਠਾ ਨਾ, ਉਹ ਹੀ ਸਭ ਦੇ ਘਰ ਚਲਾ ਰਿਹਾ। ਐਸਾ ਹੀ ਹੈ। ਮੈਨੂੰ ਇਹ ਗੱਲ ਦੱਸੋ ਕਿ ਉੱਥੇ ਜਿਹੜੇ ਬੈਠੇ ਹੋਏ ਲੋਕ ਨੇ, ਠੀਕ ਹੈ, ਉਹ ਕੀ ਸਮਝਣਗੇ ਕਿ ਤੁਸੀਂ ਸਾਡੀ ਤੇ ਬੜੀ ਮੌਜ ਲੱਗੀ ਦੀ ਹੈ, ਤੁਹਾਨੂੰ ਤੇ ਬਿਲ ਗੇਟ ਦੇ ਜਿਹੜਾ ਵੇ ਘਰ ਪੈਸੇ ਦੇਣ ਆਂਦਾ ਹੈ। ਬਸ ਇਹੀ ਫਰਕ ਹੈ, ਉਹ ਉੱਥੇ ਬੈਠ ਕੇ ਸਿਰਫ ਸੋਚ ਰਹੇ ਨੇ ਕਿਉਂਕਿ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ। ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ, ਆਪਣੀ ਭੈਣ ਦੇ ਘਰ ਦਾਣੇ ਭੇਜਣ ਵਾਸਤੇ ਇਹ ਵਿਚਾਰਾ ਕਿਤਨੀ ਰਾਤਾਂ ਭੁੱਖੀ ਸੁੱਤਾ ਹੈ, ਇਹ ਕਿਸੇ ਨੇ ਆ ਕੇ ਨਹੀਂ ਦੇਖਣਾ। ਰਾਈਟ ਸਾਹਿਬ, ਮੈਨੂੰ ਇਮਾਨਦਾਰੀ ਨਾਲ, ਹਾਂ, ਤੁਸੀਂ ਚੰਗੇ ਘਰ ਤੋਂ, ਇੱਕ ਰਿਚ ਫੈਮਿਲੀ ਤੋਂ ਬਿਲੋਂਗ ਕਰਦੇ ਹੋ, ਪਰ ਅਮਰੀਕਾ ਹੈ ਕੋਈ ਰਾਤ ਭੁੱਖੇ ਵੀ ਸੁੱਤੇ ਹੋ? ਦੱਸ ਦੋ, ਅੱਜ ਕੋਈ ਗੱਲ ਨਹੀਂ। ਅੱਛਾ, ਭੁੱਖੇ ਤੇ ਨਹੀਂ ਸੁੱਤੇ, ਅੱਲਾ ਦਾ ਸ਼ੁਕਰ ਹੈ, ਰੁੱਖੀ ਸੁੱਤੀ ਸਹੀ, ਲੇਕਿਨ ਭੁੱਖੇ ਸੁੱਖੇ ਤੋਂ ਮੁਰਾਦ ਹੈ ਵੇ ਕਿ ਕੋਈ ਐਸਾ ਦਿਨ ਗੁਜ਼ਰਿਆ ਕਿ ਤੁਹਾਡੀ ਜੇਬ 'ਚ $1 ਵੀ ਨਹੀਂ ਸੀ? ਬਹੁਤ ਸਾਰੇ। ਅੱਛਾ, ਓਹੋ ਸਰ, ਅਮੇਜ਼ਿੰਗ, ਉਹ ਬਹੁਤ ਸਾਰੇ। ਐਸਾ ਹੀ ਕੋਈ ਸਕਸੈਸ ਸਟੋਰੀ ਅਮਰੀਕਾ ਵਿੱਚ ਬੜੀ ਘੱਟ ਹੀ ਤੁਹਾਨੂੰ ਮਿਲੇਗੀ, ਜਿਹੜੀ ਨੂੰ ਕਹਿੰਦੇ ਨਾ ਰੈਕਸ ਟੂ ਰਿਚੀਜ਼ ਵਾਲੀ ਸਟੋਰੀ, ਜਿੱਤੇ ਜਿਹੜਾ ਬੰਦਾ ਆਖੇ ਯਾਰ ਮੈਂ ਤੇ ਆਇਆ ਹੀ ਬੜਾ ਅਮੀਰ ਸਾਂ ਅਮਰੀਕਾ। ਅੱਛਾ ਜੀ, ਐਸਾ ਕੁਝ ਨਹੀਂ ਹੈ ਸਰ। ਤੇ ਭਾਈ ਜਾਨ ਤੁਸੀਂ ਵੀ ਬਿਲਕੁਲ ਐਸੀ ਇੰਜ ਹੀ ਹੁੰਦਾ ਭਾਈ ਸਾਹਿਬ। ਤੁਹਾਡੇ ਕੋਲ ਵੀ ਕਈ ਰਾਤਾਂ ਐਸੀਆਂ ਗੁਜ਼ਰੀਆਂ ਕਿ ਤੁਹਾਡੀ ਜੇਬ 'ਚ ਪੈਸਾ ਸਰ ਕੁਝ ਵੀ ਨਹੀਂ, ਬਿਲਕੁਲ ਔਰ ਡਰ ਲੱਗਦਾ ਸੀ ਕਿ ਬੱਚੇ ਫੈਮਿਲੀ ਘਰ ਹੈ, ਛੋਟੀ ਬੱਚੇ ਘਰ ਨੇ, ਖੁਦਾ ਨਾ ਖਾਸਤਾ ਅਗਰ ਕੋਈ ਜ਼ਰੂਰਤ ਪੈ ਜਾਏ ਕਿਸੇ ਟਾਈਮ ਐਮਰਜੈਂਸੀ, ਕੋਈ 100 ਤਰ੍ਹਾਂ ਦੇ ਮਾਮਲਾਤ ਹੁੰਦੇ ਨੇ ਘਰੇਲੂ ਮਾਮਲਾਤ ਦੇ, ਤੇ ਕਿਧਰੇ ਕੋਈ ਡਾਕਟਰ ਤੇ ਜਾਣਾ ਪੈ ਗਿਆ ਜਾਂ ਬੱਚੇ ਨੇ ਕੋਈ ਫੂਡ ਐਸਾ ਫਰਮਾਇਸ਼ ਕਰ ਦਿੱਤਾ ਤੇ ਜੇਬ ਵਿੱਚ ਪੈਸੇ ਕੋਈ ਨਹੀਂ, ਕਿੱਥੋਂ ਪੂਰੇ ਕਰਾਂਗੇ? ਐਸੇ ਦਿਨ ਦੇਖੇ ਮੈਨੂੰ ਯਾਰ ਸਾਹਿਬ, ਤੁਸੀਂ ਇਹੋ ਜਿਹਾ ਦੱਸੋ, ਕੋਈ ਅਮਰੀਕਨ, ਕੋਈ ਫੈਮਿਲੀ ਜਿੰਨੇ ਤੁਸੀਂ ਪਾਕਿਸਤਾਨੀਆਂ ਨੂੰ ਜਾਣਦੇ ਹੋ ਇੱਥੇ ਆਏ ਦੇ ਨੇ, ਕੋਈ ਇੱਕ ਫੈਮਿਲੀ ਮੈਨੂੰ ਦੱਸੋ ਜਿਹਦੇ ਵਿੱਚ ਘਰ ਦੇ ਵਿੱਚ 5 ਜੀ ਨੇ ਜਾਂ 5 ਤੋਂ ਜ਼ਿਆਦਾ ਜੀ ਨੇ, ਤੇ ਇੱਕ ਪਿਓ ਜਾਂ ਭਰਾ ਕੰਮ ਕਰ ਰਿਹਾ ਤੇ ਬਾਕੀ ਸਾਰੇ ਅਮਰੀਕਾ 'ਚ ਬਹਿ ਕੇ ਖਾ ਰਹੇ ਨੇ? ਨਾਟ ਪੋਸੀਬਲ। ਇਟਸ ਅਮਰੀਕਾ ਦੇ ਵਿੱਚ ਇਹ ਪੋਸੀਬਲ ਕਿਉਂਕਿ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਹੈ। ਕਿਉਂ ਕਰਨਾ ਪੈਂਦਾ ਭਾਈ ਜਾਨ? ਕਿਉਂਕਿ ਕੰਮ ਨਹੀਂ ਕਰਾਂਗੇ ਸਾਡੀ ਜ਼ਿੰਦਗੀ ਸਰ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਤੁਹਾਡੇ ਇੱਥੇ ਅਮਰੀਕਾ ਵਿੱਚ 13 ਸਾਲ ਦਾ ਬੱਚਾ, ਮੈਂ ਐਸੇ ਬੰਦਿਆਂ ਨੂੰ ਜਾਣਨਾ ਜਿਹੜੇ ਟਰਸਟ ਮੀ ਦੇ ਆਰ ਡਾਲਰ ਮਿਲੀਅਨੇਅਰਸ। ਅੱਛਾ, ਮਿਲੀਅਨੇਅਰ, ਠੀਕ ਹੈ। 13 ਸਾਲ ਦਾ ਬੱਚਾ ਉਹਨਾਂ ਦਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਉਹ ਕਹਿੰਦੇ ਨੇ ਬੇਟਾ 4 ਘੰਟੇ ਚਾਹੇ ਕਿਸੇ ਵੀ ਮੈਕਡੋਨਲਡ ਤੇ ਜਾ ਕੇ ਭਾਂਡੇ ਧੋ, ਚਾਹੇ ਕੈਸ਼ੀਅਰ ਤੇ ਖਲੋ, ਚਾਹੇ ਕਿਸੇ ਕੰਪਨੀ ਦੀ ਇੰਟਰਨਸ਼ਿਪ ਕਰ, ਯੂ ਹੈਵ ਟੂ ਵਰਕ 3 to 4 hours a day ਫॉर ਸ਼ੋਰ। 13 ਸਾਲ ਦਾ ਬੱਚਾ। ਪਾਕਿਸਤਾਨ ਅੱਜ ਤੁਸੀਂ 32 ਸਾਲ ਦੇ ਬੱਚੇ ਨੂੰ ਵੀ ਛੇੜੋ ਨਾ, ਜਿਹਦੇ 2 ਭਰਾ ਅਮਰੀਕਾ ਬੈਠੇ ਹੋਣ, ਉਹਨਾਂ ਕੋਲ ਕੰਮ ਕਰੋ, ਕਹਿੰਦਾ ਜਾ ਮੇਰਾ ਭਰਾ ਅਮਰੀਕਾ ਹੁੰਦਾ, ਮੈਨੂੰ ਕਦੀ ਲੋੜ ਹੈ ਕੰਮ ਕਰਨ ਦੀ। ਪਤਾ ਲੱਗੇ ਨਾ ਬੱਚੇ ਨੂੰ ਕਿ ਪੈਸੇ ਕਮਾਣਾ ਕਿੰਨਾ ਔਖਾ ਕੰਮ ਹੈ। Because we need to train them about the money। ਆਰਾਮ ਨਾਲ ਘਰ ਬੈਠੇ ਨਹੀਂ ਯਾਰ, ਮਤਲਬ ਅਜੀਬ ਗੱਲਾਂ ਯਾਰ ਤੁਸੀਂ ਕਰਦੇ ਹੋ ਦੋਨੋਂ। ਜਿਹੜੇ ਪੈਸੇ ਰੱਬ ਨੇ ਨਸੀਬਾਂ 'ਚ ਲਿਖ ਦਿੱਤੇ ਨੇ, ਉਹ ਲਿਖ ਦਿੱਤੇ ਨੇ, ਤੇ ਸਰ ਘਰ ਬੈਠੋ ਨਾ, ਬੈਠ ਤੂੰ ਲੈਂਦੇ ਕਿਉਂ? ਉਹੀ ਤਾਂ ਮੈਂ ਪੁੱਛਣਾ ਚਾਹ ਮਨੋ ਸਲਵਾ ਤੇ ਲੱਥਣਾ ਕੋਈ ਨਹੀਂ ਤੁਹਾਡੇ ਤੇ, ਜੇ ਲੈਂਦਾ ਮਨੋ ਸਲਵਾ ਤੇ ਤੁਹਾਨੂੰ ਜਾਣ ਦੀ ਲੋੜ ਕੋਈ ਨਹੀਂ ਮੇਰੀ ਜਾਨ। ਮਾਪਿਓ ਦੀ ਸਿਰਫ ਇੰਨੀ ਰਿਸਪੌਂਸਿਬਿਲਿਟੀ ਹੈ ਇੱਥੇ ਕਿ ਉਹ ਚੰਗੇ ਪੈਸੇ ਕਮਾ ਕੇ ਬੱਚਿਆਂ ਨੂੰ ਸਕੂਲ ਭੇਜਦੇ ਨੇ, ਐਜੂਕੇਸ਼ਨ ਦਿੰਦੇ ਨੇ ਤੇ ਉਹਨਾਂ ਦੀ ਨੈਸੈਸਿਟੀ ਪੂਰੀ ਕਰਦੇ ਨੇ। ਸਰ ਐਜੂਕੇਸ਼ਨ ਵਿੱਚ ਵੀ ਯਾ ਸਾਹਿਬ, ਐਜੂਕੇਸ਼ਨ ਵੀ ਤੁਹਾਨੂੰ ਪਤਾ ਐਜੂਕੇਸ਼ਨ ਸਟੂਡੈਂਟ ਲੋਨਸ ਲੈਣੇ ਪੈਂਦੇ ਨੇ, ਐਂਡ ਦੈਟ ਇਜ਼ ਟ੍ਰਾਂਸਫਰਡ ਦ ਲਾਇਬਿਲਿਟੀ ਕਾਲਜ ਐਜੂਕੇਸ਼ਨ ਕੋਈ ਇਸ ਟ੍ਰਾਂਸਫਰਡ ਟੂ ਕਿਡ। ਮਾਪਿਓ ਨਹੀਂ ਕਵਰ ਕਰਦੇ। ਮਾਪਿਓ ਸਿਰਫ ਨੈਸੈਸਿਟੀ ਕਵਰ ਕਰਨਗੇ, ਲਗਜ਼ਰੀ ਕਰਨੀ ਹੈ ਤਾਂ ਤੁਹਾਨੂੰ ਆਪ ਕੰਮ ਕਰਨਾ ਪੜੇਗਾ, ਪਤਾ ਲੱਗੇ ਆਪੂ ਕਮਾਨ ਲੱਗਿਆ, ਸਮਝ ਆਇਆ ਕਿ ਇਹ ਜਿਹੜਾ ਕਾਫਰਾਂ ਦਾ ਨਿਜ਼ਾਮ ਹੋਇਆ ਜੀ, ਕਾਫਰਾਂ ਦੇ ਨਿਜ਼ਾਮ ਦੇ ਵਿੱਚ ਤੇ ਫਿਰ ਅੱਲਾ ਦੀ ਬਰਕਤ ਕੋਈ ਨਾ ਹੋਈ। ਉਹ ਕਿਸ ਤਰ੍ਹਾਂ?
ਭਾਈ ਜੀ ਦੇਖੋ 5 ਜੀ ਉਹ ਤੇ 5 ਦੇ 5 ਕੰਮ ਕਰਨ ਦੇ ਉਹ ਸਾਡੇ ਅੱਛਾ। ਉੱਥੇ 1 ਜੀ ਹੈ ਤੇ 10 ਜੀ ਰੋਟੀ ਔਰ ਖਾਂਦੇ ਉਹ ਨੇ ਤੁਹਾਨੂੰ ਪਏ। ਔਰ ਉਹ ਤੁਹਾਨੂੰ ਲੱਗਦਾ ਕਿ ਉਹ ਸਾਡਾ ਮੁਸਲਮਾਨਾਂ ਦਾ ਇਸਲਾਮੀ ਨਿਜ਼ਾਮ ਹੈ? ਨਹੀਂ ਮੈਨੂੰ ਤੇ ਦੇਖੋ ਕਿਹੜੇ ਇਸਲਾਮ ਵਿੱਚ ਨਹੀਂ, ਸਰ? ਮਤਲਬ ਕਿ- ਕਿੱਥੇ ਪੂਰੇ ਇਸਲਾਮ ਦੀ ਤਾਰੀਖ ਜਿੱਥੋਂ ਇਸਲਾਮ ਸ਼ੁਰੂ ਹੋਇਆ ਤੁਸੀਂ ਦੱਸੋਗੇ ਕਿੱਥੇ ਇਸਲਾਮ ਨੇ ਲਿਖਿਆ ਹੈ ਕਿ ਜਿਸ ਸਿਰਫ ਔਰ ਸਿਰਫ ਇੱਕ ਬੰਦਾ ਕਮਾਏਗਾ ਬਾਕੀ ਸਾਰੇ ਬੈਠ ਕੇ ਖਾਣਗੇ? Right. ਦੇਖੋ ਜੀ ਗੱਲ ਹੈ ਵੇ ਮੈਂ ਤੇ ਭਾਜੀ ਪਤਾ ਨਹੀਂ ਅਸੀਂ ਜਿਹੜਾ ਇਸਲਾਮ ਸਾਡੇ ਪਾਕਿਸਤਾਨ 'ਚ ਘੁੰਮਦਾ ਫਿਰਦਾ ਹੈ, ਅਸੀਂ ਇੱਥੇ ਤੇ ਆ ਕੇ ਸਾਡੀ ਖਵਾਤੀਨ ਵੀ ਪਾਕਿਸਤਾਨੀਆਂ ਦੀ ਬੜੀਆਂ ਖਵਾਤੀਨ ਵੀ ਜੌਬਸ ਕਰ ਰਹੀਆਂ ਨੇ, ਵਿਚਾਰੇ ਬੱਚੇ ਵੀ ਜੌਬ ਕਰ ਰਹੇ ਨੇ। ਪਾਕਿਸਤਾਨ 'ਚ ਸਾਨੂੰ ਬੰਦਾ ਕੋਈ ਨਹੀਂ ਲੱਭਦਾ ਨੌਕਰੀ ਕਰਨ ਵਾਸਤੇ। ਐਸਾ ਹੀ ਹੈ ਮੇਰੇ ਤੂੰ ਮੈਨੂੰ ਇੱਕ ਗੱਲ ਦੱਸ ਸਹੀ ਕਿ ਕੱਲ ਨੂੰ ਤੂੰ ਡਿਸਾਈਡ ਕਰੇਂਗਾ ਮੈਂ ਰਿਟਾਇਰ ਹੋ ਜਾਵਾਂਗਾ, ਠੀਕ ਹੈ, ਮੈਂ ਕੰਮ ਨਹੀਂ ਕਰਾਂਗਾ, ਮੇਰੇ ਕੋਲ ਇੰਨੇ ਪੈਸੇ ਹੈ ਨੇ ਕਿ ਮੈਂ ਜ਼ਿੰਦਗੀ ਗੁਜ਼ਾਰ ਸਕਣਾ, ਤੇਰੇ ਕੋਲ ਜ਼ਿੰਦਗੀ ਜੀਣ ਦਾ ਕੋਈ ਮਕਸਦ ਰਹਿ ਜਾਏਗਾ? ਕੀ ਕਰੇਗਾ ਸੋਚ। ਭਾਜੀ ਨਹੀਂ ਤੇ ਬੰਦਾ ਦੁਨੀਆ ਤੇ ਮौज ਕਰਨਾ ਹੈ, ਮौज ਰੋਟੀ ਕਿੰਨੀ ਕਰਨਾ ਕਿੰਨੀ ਹੈ। ਕਿੰਨੀ ਦੇਰ ਮौज ਕਰੇਗਾ ਮੈਨੂੰ ਦੱਸ? 5 ਕਰੋੜ 25 ਕਰੋੜ ਚ ਇਲਾ ਮਾਸ਼ਾਅੱਲਾ ਸਾਰੇ ਮौज ਹੀ ਤੇ ਕਰਨ ਦੇ ਆ। ਨਹੀਂ ਨਹੀਂ ਕਿੰਨੀ ਮौज ਕਰੇ, ਕਿੰਨੀ ਦੇਰ ਮौज ਕਰੇ ਯਾਰ ਦੇਖੋ ਪਿਛਲੇ 75 ਸਾਲਾਂ ਤੋਂ ਮौज ਕਰਨ ਦੇ ਆ, ਰਲ ਕੇ ਇੱਕ ਸੂਈ ਵੀ ਤੇ ਤੁਹਾਡੇ ਕੋਲ ਬਣਾਈ ਕੋਈ ਨਹੀਂ ਗਈ। ਕਿਉਂਕਿ ਸਾਰੇ ਹਾਂ, ਸਾਰੇ ਬਹੁਤ- ਇਸੇ ਗੱਲ ਤੇ ਤਵੱਕਲ ਕਰਕੇ ਬੈਠੇ ਹੋ ਕਿ ਅੱਲਾਹ ਨੇ ਕਿਹਾ ਰਿਜ਼ਕ ਮਿਲ ਜਾਏਗਾ, ਜੀ। ਲੇਕਿਨ ਉਸ ਅੱਲਾਹ ਨੇ ਵੀ ਕਿਹਾ ਕਿ ਉਸ ਰਿਜ਼ਕ ਨੂੰ ਜਾਂ ਢੂੰਡਣ ਵਾਸਤੇ ਕੋਈ ਮਿਹਨਤ ਇਮਰਾਨ ਖਾਨ ਕਰਨ ਵਾਸਤੇ ਆ ਕੇ ਨਿਕਲਣੇ ਜਾਂ ਪਏਗੀ। ਮਹਿੰਦੀ ਆਣਗੇ ਜੀ। ਤੇ ਆ ਕੇ ਦੁਨੀਆ ਦਾ ਸਾਡਾ ਪਾਕਿਸਤਾਨ ਦਾ ਪਾਸਾ ਪਲਟ ਪਾਸਾ ਜਾਏਗਾ। ਪਲਟ ਦੇ ਐਸਾ Yeah. ਕੁਝ ਨਹੀਂ ਹੋਣਾ ਸਰ। ਦਿਸ ਇਜ਼ ਵਨ ਆਫ ਦਾ ਬਿਗੇਸਟ ਰੀਜ਼ਨ ਕਿ ਜਿਹੜਾ ਜਿਹਦੀ ਵਜ੍ਹਾ ਤੋਂ ਤੁਸੀਂ ਤਰੱਕੀ ਦੀ ਰਾਹ ਤੇ ਨਹੀਂ ਚੜ ਪਾ ਰਹੇ। ਨਹੀਂ ਲੇਕਿਨ ਅਸੀਂ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪਾਕਿਸਤਾਨ ਦੇ ਕਿ ਤੁਸੀਂ ਕਿਸੇ ਸਾਰੇ- ਸੇਠ ਦੇ ਬੱਚੇ ਨੂੰ ਜਿਹੜਾ ਕੋਈ 2 4 5 ਕਰੋੜ ਦਾ ਮਾਲਕ ਹੈ, ਛੋਟਾ ਮੋਟਾ ਸੇਠ ਦੀ ਮੈਂ ਗੱਲ ਕਰ ਰਿਹਾ, ਅਰਬਾਪਤੀ ਦੀ ਗੱਲ ਨਹੀਂ ਕਰ ਰਿਹਾ, ਕਿਸੇ ਸੇਠ ਦੇ बच्चे ਨੂੰ ਕਹਿ ਸਕਦੇ ਹੋ कि बेटा तुम एक काम करो, किसी रेस्टोरेंट पे जाके काम जॉब करके दिखाओ, या किसी दफ्तर में तुम इंटर्नशिप क्लर्क का काम करो। ਉਹ ਭਾਈਜਾਨ ਇੱਕ ਮੇਰੇ ਦਫ਼ਤਰ ਦੇ ਵਿੱਚ ਇੱਕ ਮੁੰਡਾ ਜਿਹਦਾ ਪਿਓ ਆਫਿਸ 'ਚ ਕਲਰਕ ਇੱਕ ਪ੍ਰਾਈਵੇਟ ਕੰਪਨੀ 'ਚ, ਹਾਂਜੀ। ਉਹ ਆਪਣੇ ਮੁੰਡੇ ਨੂੰ ਕਿਸੇ ਜਗ੍ਹਾ ਦੇ ਉੱਤੇ ਕੰਮ ਨਹੀਂ ਕਰਨ ਦੇ ਰਿਹਾ ਕਿ ਮੈਂ ਤੈਨੂੰ ਇਸ ਵਾਸਤੇ ਪੜਾਇਆ ਵੇ ਕਿ ਤੂੰ ਲੋਕਾਂ ਨੂੰ ਰੋਟੀ ਸਰਵ ਕਰਨ, ਤੂੰ ਬਹਿਰਾ ਬਣਨਾ ਵੇ, ਬਿਲਕੁਲ ਠੀਕ ਗੱਲ ਹੈ, ਤੂੰ ਹੋਟਲ 'ਚ ਕੰਮ ਕਰਨਾ ਵੇ। ਬਿਲਕੁਲ ਠੀਕ ਗੱਲ ਹੈ। ਲੇਕਿਨ ਉਹੀ ਮਾਪਿਓ ਜਦੋਂ ਪੁੱਤਰ ਅਮਰੀਕਾ ਆਂਦਾ ਹੈ ਹਾਂਜੀ। ਤੇ ਉਹ ਜਿਹੜਾ ਇੱਥੇ ਆ ਕੇ ਬੰਦਾ ਕੋਈ ਚੂੜਾ ਬਣ ਜਾਂਦਾ ਹੈ, ਚੂੜਾ ਤਾਂ ਮੈਂ ਨਹੀਂ ਕਹਾਂਗਾ, ਜੈਨੇਟਰ ਬਣ ਜਾਂਦਾ ਜੈਨੇਟਰ ਜੈਨੇਟਰ ਬਣ ਬਣ ਜਾਂਦਾ ਹੈ, ਜਾਂ ਕੋਈ ਮਿਹਨਤ ਮਜ਼ਦੂਰੀ ਕਰਦਾ ਹੈ, ਘਾਹ ਕੱਟਦਾ ਹੈ, ਕੋਈ ਇੱਟਾਂ ਲਾਂਦਾ ਹੈ, ਕੋਈ ਸਫਾਈ ਕਰਦਾ ਹੈ, ਉਹ ਬੜੇ ਫਖਰ ਨਾਲ ਦੱਸਦੇ ਨੇ ਸਾਡਾ ਪੁੱਤਰ ਅਮਰੀਕਾ ਹੁੰਦਾ। ਤੇ ਫਿਰ ਤੁਸੀਂ ਤੋਲ ਤੇ ਪੈਸੇ ਨਾਲ ਹੀ ਲਿਓ ਨਾ। ਰਾਈਟ। ਤਾਂ ਬਈ ਹੀ ਪੂਰਾ- ਸੈਂਡਿੰਗ ਯੂ ਦ ਮਨੀ। ਨਹੀਂ ਤੇ ਕੀ ਪੈਸੇ ਨਾਲ ਤੋਲਣਾ ਨਹੀਂ ਚਾਹੀਦਾ ਜੀ? ਸਰ ਇਹ ਤੁਸੀਂ ਤੋਲੋ ਸਰ। ਅੱਛਾ ਇਹ ਵੀ ਦੇਖੋ ਆਪਣੀ ਕੰਟਰਡਿਕਸ਼ਨ ਹੈ, ਪੈਸੇ ਨਾਲ ਤੋਲਦੇ ਵੀ ਹੋ ਹਾਂ। ਤੇ ਪੈਸਾ ਕਮਾਉਣ ਵਾਸਤੇ ਬੱਚੇ ਨੂੰ ਘਰੋਂ ਜਾਣ ਵੀ ਨਹੀਂ ਹੋ ਦਿੰਦੇ। ਕਹਿੰਦੇ ਹੋ ਬੱਚਾ ਬਵੇ ਵੀ ਘਰ, 22 ਸਾਲਾਂ ਦਾ 24 ਸਾਲਾਂ ਦਾ ਬੱਚਾ ਸਾਡਾ ਉਹ ਘਰ ਬੈਠੇ, ਉਹਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਪਿਓ ਮਾਸ਼ਾਅੱਲਾ ਬਹੁਤ ਅੱਛਾ ਕਮਾ ਲੈਂਦਾ ਹੈ। ਨਹੀਂ ਤਾਂ ਨਾਲੇ ਰਿਸਕ ਰੱਬ ਨੇ ਲਿਖਿਆ ਤਾਂ ਜੋ ਹਾਂ ਲੱਭ ਰਿਸਕ ਜਾਣਾ। ਰੱਬ ਨੇ ਲਿਖਿਆ ਤੇ ਫਿਰ ਤੁਸੀਂ ਬੱਚੇ ਨੂੰ ਕਿਉਂ ਤੋਲਦੇ ਹੋ ਉਸ ਰਿਜ਼ਕ ਦੀ ਕਮਾਈ ਦੇ ਨਾਲ ਹੀ ਕਿ ਬੱਚਾ ਹੁਣ ਅੱਜ ਮੇਰਾ ਬੱਚਾ 20 ਲੱਖ ਰੁਪਏ ਮਹੀਨੇ ਦਾ ਕਮਾਉਂਦਾ, ਮੈਂ ਇਹਦੀ ਇੱਕ ਆਪਣਾ ਠਾਠ ਬਾਠ ਹੋ ਗਿਆ। ਪਰ ਸਰ ਬਹੁਤ ਜ਼ਿਆਦਾ ਕੰਟਰਡਿਕਸ਼ਨ ਹੈ ਨਾ ਤੁਹਾਡੇ ਆਪਣੇ ਕਲਚਰ ਦੇ ਅੰਦਰ। ਰਿਸਕ ਤੇ ਰੱਬ ਨੇ ਲਿਖਿਆ ਹੈ, ਪਰ ਰੱਬ ਨੇ ਰਿਸਕ ਇਸ ਤਰ੍ਹਾਂ ਤਾਂ ਨਹੀਂ ਲਿਖਿਆ ਤੁਸੀਂ ਹੱਥ ਤੇ ਹੱਥ ਰੱਖ ਕੇ ਬਹਿ ਜਾਓ। ਨਹੀਂ ਉਹ ਤੇ- ਆਪੇ ਉਤੋਂ ਆਏਗਾ। ਮਨੋਸਲਵਾ ਤੇ ਨਹੀਂ ਨਹੀਂ ਆਏਗਾ। ਭਾਜਨ ਦੇਖੋ ਹੋ ਸਕਦਾ ਰਿਸਕ ਲਿਖਿਆ ਹੋਏ ਤੇ ਸਵਿਕ ਨਾਲ ਲਿਖੀ ਹੋਏ ਜਾਂ ਨਹੀਂ, ਨਹੀਂ ਕੋਈ ਭਾਈ। ਕਾਰਡ ਨਾਲ ਨਹੀਂ ਤੇ ਲਿਖੀ ਤੁਸੀਂ ਹੋਏ, ਤੁਹਾਨੂੰ ਤਾਂ card ਸਿਵਿਕ ਵੀ ਚਾਹੀਦੀ ਹੈ ਨਾ ਰਿਸਕ ਦੇ ਨਾਲ ਹੀ। ਤੁਸੀਂ ਤਵੱਕਲ ਤੇ ਤਵਾਕਲ ਨੂੰ ਮਿਕਸ ਕਰ ਰਹੇ ਹੋ। ਤੁਸੀਂ ਆਪ ਕੰਮ ਕਰੋ, ਮਿਹਨਤ ਕਰੋ, ਰੱਬ ਨੇ ਰਿਸਕ ਲਿਖਿਆ ਨਹੀਂ ਹੋਇਆ। ਲੇਕਿਨ ਮੈਨੂੰ ਇਹ ਦੱਸੋ ਤੁਸੀਂ ਦੋਵੇਂ ਸਿਆਣੇ ਠੀਕ ਹੈ ਜੀ ਕਿ ਅਮਰੀਕਾ ਦੇ ਵਿੱਚ ਕਿਹੜਾ ਐਸਾ ਟੀਕਾ ਹੈ ਜੀ ਕਿ ਜਿਹੜੀ ਔਲਾਦ ਨੇ, ਜਿਹੜੇ ਇਨਸਾਨ ਨੇ ਉਹ ਉੱਥੇ ਕਦੀ ਇੱਕ ਮਤਲਬ ਪਾਣੀ ਕਦੀ ਚੁੱਕ ਕੇ ਆਪ ਨਹੀਂ ਪੀਤਾ, ਜੀ, ਜੀ। ਕਦੀ ਅੱਜ ਤੱਕ ਆਪਣੇ ਬਰਤਨ ਨਹੀਂ ਧੋਂਦੇ, ਇੱਥੇ ਆਂਦੇ ਨਾਲ ਹੀ ਇਨਸਾਨ ਬਣ ਜਾਂਦਾ ਹੈ, ਇੱਕ ਮਿਹਨਤੀ ਇਨਸਾਨ ਬਣ ਜਾਂਦਾ ਹੈ। ਕਿਉਂਕਿ ਬੇਸਿਕਲੀ ਮਸਲਾ ਐਥਿਕਸ ਦਾ ਹੁੰਦਾ ਹੈ। ਉਹ ਜਦੋਂ ਬਾਹਰ ਜਾਂਦਾ ਤੁਹਾਡਾ ਖਿਆਲ ਹੈ ਅਸੀਂ ਜਨਾਬ ਕੋਈ ਐਥਿਕਸ ਤੋਂ ਬਗੈਰ ਕੌਮ ਨਹੀਂ ਉਹ ਤੁਹਾਡਾ ਉੱਥੇ ਦਾ ਐਥਿਕਸ ਹੈ, ਉੱਥੇ ਦਾ ਕਲਚਰ ਹੈ। ਉੱਥੋਂ ਦੇ ਐਥਿਕ ਡਿਫਰੈਂਟ ਨਹੀਂ ਹੈ। ਤੁਸੀਂ ਮੈਨੂੰ ਲੱਗ ਰਿਹਾ ਤੁਸੀਂ ਦੋਵੇਂ ਕਹਿਣਾ ਚਾਹ ਰਹੇ ਹੋ ਹਾਂਜੀ ਹਾਂਜੀ। ਨਹੀਂ ਉਹ ਅਸੀਂ ਅੰਦਰੋਂ ਕਹਾਂਗੇ, ਤੁਹਾਡੇ ਮੂੰਹ ਤੇ ਨਹੀਂ ਕਹਿ ਅਗਰ ਰਹੇ। ਆਪ ਤੁਸੀਂ ਅਫੈਂਸਿਵ ਹੋਣਾ ਹੈ ਤੇ ਹੋ ਜਾਓ, ਮੈਂ ਕੀ ਕਰ ਸਕਦਾ ਭਾਈ ਸਾਹਿਬ, ਤੁਹਾਡੀ ਲੇਕਿਨ ਮਰਜ਼ੀ। ਦੇਖੋ ਤੁਹਾਡਾ ਕਲਚਰਲ ਐਥਿਕਸ ਹੈ, Yeah. ਇੱਥੇ ਦਾ ਕਲਚਰਲ ਐਥਿਕਸ ਡਿਫਰੈਂਟ ਹੈ। ਜੀ। ਇੱਥੇ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਕਿਸ ਤਰ੍ਹਾਂ ਬੰਦਾ ਬਣ ਜਾਂਦਾ ਹੈ, ਸਰ ਉਹਦੇ ਇਲਾਵਾ ਆਪਸ਼ਨ ਨਹੀਂ ਹੈ। ਤੁਸੀਂ ਨਾ ਪੀਓ ਪਾਣੀ ਪਰ ਹੱਥ ਚੁੱਕ ਕੇ ਤੇ ਕੀ ਕਰੋਗੇ, ਕਿਤਨੇ ਦਿਨ ਪਿਆਸੇ ਰਹੋਗੇ? ਇੱਥੇ ਆਏਗਾ ਕੋਈ ਨਹੀਂ ਤੁਹਾਡੇ ਮੂੰਹ 'ਚ ਪਾਣੀ ਦਾ ਕਤਰਾ ਪਾਣ, ਆਏਗਾ ਕੋਈ ਨਹੀਂ। ਪਿਆਸੇ ਮਰੋਗੇ, ਜੀਓਗੇ, ਲੜੋਗੇ, ਜੰਗ ਕਰੋਗੇ, ਉੱਠ ਕੇ ਪੀਣਾ ਆਪੇ ਹੀ ਜੇ, ਟੂਟੀ 'ਚ ਪਾਣਾ ਆਪੇ ਹੀ ਜੇ। ਤੇ ਜੇ ਟੂਟੀ 'ਚ ਪਾਣੀ ਨਹੀਂ ਹੈ ਨਾ ਤੇ ਟੂਟੀ 'ਚ ਪਾਣੀ ਲਿਆਣਾ ਵੀ ਤੁਸੀਂ ਆਪ ਹੀ ਹੈ ਬਾਹਰੋਂ, ਜੋ ਮਰਜ਼ੀ ਕਰ ਲਓ। ਤੇ ਹਕੂਮਤ ਫਿਰ ਕੀ ਸਾਡੇ ਕੋਲ ਉੱਥੇ ਅੰਬ ਲੈਣ ਆਉਂਦੀ ਹੈ? ਸਰ ਹਕੂਮਤ ਤੁਹਾਨੂੰ ਦੇ ਰਹੀ ਹੈ ਇਨਫਰਾਸਟ੍ਰਕਚਰ, Right. ਹਕੂਮਤ ਤੁਹਾਨੂੰ ਦੇ ਰਹੀ ਹੈ ਤੇ ਲੈਂਡ ਆਫ ਭਾਜੀ ਜੇ ਸਾਨੂੰ ਅਪਰਚੂਨਿਟੀ। ਉਹੀ ਐਵੇਂ ਨਹੀਂ ਅਮਰੀਕਾ ਨੇ ਲੈਂਡ ਆਫ ਨਹੀਂ ਤੇ ਅਪਰਚੂਨਿਟੀ ਕਿਹਾ। ਪਾਕਿਸਤਾਨ 'ਚ ਅਗਰ ਉਹੀ ਅਵੇਲੇਬਲ ਨਹੀਂ ਤੇ ਅਸੀਂ ਫਿਰ ਕਿਉਂ ਕੰਮ ਕਰੀਏ ਭਾਈਜਾਨ? ਸਰ ਦੇਖੋ ਨਾ ਸੜਕ ਸਾਨੂੰ ਅਵੇਲੇਬਲ ਆ, ਕਿਸੇ ਔਰ ਨਾ ਨੇ- ਬੱਤੀ ਆਂਦੀ ਹੈ ਯਾਰ। ਨਹੀਂ ਕਿਸੇ ਨੇ ਸਟੈਪ ਤੇ ਪਹਿਲਾਂ ਲੈਣਾ ਹੈ ਨਾ, ਕੋਈ ਸਟਾਰਟ ਤੇ ਕਰੇਗਾ। ਓਵਰਨਾਈਟ ਤੇ ਹਰ ਚੀਜ਼ ਨਹੀਂ ਨਾ ਹੋ ਜਾਏਗੀ। ਤਾਂ ਤੁਹਾਨੂੰ ਲੱਗਦਾ ਹੈ ਮੁਲਕ ਇੱਕ ਰਾਤ ਵਿੱਚ ਬਣਿਆ? ਮੈਨੂੰ ਨਹੀਂ ਪਤਾ ਜੀ ਕਿੰਨੀ ਰਾਤਾਂ 'ਚ ਬਣਿਆ, ਮੈਂ ਇੱਥੋਂ ਡਾਲਰ ਕਮਾਣਾ। ਪਰ ਮੈਨੂੰ ਇਹ ਗੱਲ ਉਹ ਦੱਸੋ, ਜੀ। ਤੁਸੀਂ ਲੋਕ ਇੱਥੇ ਅਮਰੀਕਾ ਆਉਂਦੇ ਹੋ, ਯਾਸ਼ੀ ਕਰਦੇ ਹੋ ਰਾਈਟ,
ਤੁਹਾਨੂੰ ਕਿੰਨੇ ਕਿਹਾ ਗਿਆ ਸੀ ਅਯਾਸ਼ੀ ਮੈਨੂੰ ਤਾਂ ਲੱਗਦਾ ਜੀ ਸਾਰਾ ਪਾਕਿਸਤਾਨ ਸਮਝਦਾ ਯਾਸ਼ੀ ਹੋ ਰਹੀ ਅਮਰੀਕਾ ਦੇ ਵਿੱਚ ਡਾਲਰ ਛਾਪ ਰਹੇ ਨੇ ਹੈਂ। ਦਰਖਤਾਂ ਤੋਂ ਡਿੱਗੇ ਨੇ, ਬਿਲਕੁਲ, ਬਸ ਝਾੜੂ ਲੈ ਕੇ ਆਣਾ ਤੇ ਹਾਂ। ਲਪੇਟ ਲਪਾਟ ਕੇ ਤੇ ਵਾਪਸ ਲੈ ਜਾਣੇ ਨੇ। ਤੇ ਜਿਹੜਾ ਵੇ ਨਾ ਉੱਥੇ ਅਸੀਂ ਕਹਿੰਦੇ ਆ ਜਨਾਬ ਜੋ ਰਿਜ਼ਕ ਰੱਬ ਨੇ ਲੱਭਿਆ ਉਹ ਮਿਲ ਜਾਣਾ ਹੈ। ਫਿਰ ਅਸੀਂ ਰਿਸ਼ਤਿਆਂ ਦੇ ਵਿੱਚ ਕਹਿੰਦੇ ਆ ਕਿ ਜਨਾਬ ਜਿਹੜਾ ਜੋੜੇ ਆਸਮਾਨਾਂ ਮੇ ਬਣਤੇ ਹੈ, ਹਾਂਜੀ ਜੀ ਜੋੜੇ ਆਸਮਾਨਾਂ 'ਚ ਬਣਦੇ ਨੇ ਤੇ ਲੱਭਣ ਜਦੋਂ ਅਸੀਂ ਜਾਂਦੇ ਆ ਰਿਸ਼ਤਾ ਧੀ ਦਾ, ਅਸੀਂ ਲੱਭਨੇ ਆ ਮੁੰਡਾ ਕੋਈ ਕਰੋੜਪਤੀ ਹੋਏ, ਸਵੀਕਲਾ ਹੋਏ, ਹਾਂਜੀ ਤੇ ਜਿਹੜਾ ਮੁੰਡੇ ਵਾਲੇ ਨੇ ਉਹ ਲੱਭਦੇ ਨੇ ਕਿ ਕੁੜੀ ਜਿਹੜੀ ਹੈ ਨਾ ਉਹ ਜਨਾਬ ਕੋਈ ਮਾਡਲ ਸੋਹਣੀ ਵੀ ਹੋਏ ਤੇ ਉਹਨੂੰ ਘਰਦਾਰੀ ਵੀ ਸਾਰੀ ਆਉਂਦੀ ਘਰਦਾਰੀ ਵੀ ਆਂਦੀ ਹੋਵੇ, ਪੜ੍ਹੀ ਲਿਖੀ ਵੀ ਹੋਵੇ ਤੇ ਘਰਦਾਰੀ ਵੀ ਆਂਦੀ ਹੋਵੇ। ਤੇ ਜੇ ਜਨਾਬ ਰਿਸ਼ਤੇ ਆਸਮਾਨਾਂ ਤੇ ਬਣੇ ਦੇ ਨੇ ਤੇ ਜੇ ਰਿਸਕ ਵੀ ਤੈਅ ਹੋ ਗਿਆ ਦਾ ਤੇ ਫਿਰ ਇਹਨਾਂ ਤਰੱਦਦ ਕਿਉਂ ਹੈ ਭਾਈਜਾਨ? ਸਰ ਦੇਖੋ ਇਹ ਸਭ ਫਿਰ ਉਹੀ ਗੱਲ ਹੈ, ਤਕਦੀਰ ਔਰ ਤਵੱਕਲ ਦੇ ਮਾਮਲਾਤ ਨੇ। ਤਕਦੀਰ ਭਾਈਜਾਨ ਕਿਉਂ ਆਨੀਆਂ ਮੁਸ਼ਕਲ ਟਰਮਾਂ ਇਸਤੇਮਾਲ ਕਰਦੇ ਹੋ? ਮੈਨੂੰ ਦੱਸੋ ਕਿ ਮੈਂ ਦੇਖੋ ਜੀ ਮੈਂ ਤੇ ਖੱਪ ਉੱਥੇ ਜਿਹੜਾ ਮੈਂ ਲੋਕਾਂ ਨੂੰ ਕਹਿਣਾ ਕਿ ਪਾਕਿਸਤਾਨ ਚ ਰਵੋ ਡਾਲਰ ਕਮਾਓ, ਉਹ ਕਹਿੰਦੇ ਨੇ ਭਾਈਜਾਨ ਤੇਰਾ ਤੇ ਲੱਗ ਗਿਆ ਦਾ ਠੀਕ ਹੈ, ਤੂੰ ਅਮਰੀਕਾ ਘੁੰਮ ਇੱਧਰ ਘੁੰਮ ਤੇਰੇ ਵੀਜ਼ੇ ਲੱਗ ਜਾਂਦੇ ਨੇ, ਤੈਨੂੰ ਵੱਲ ਲੱਗ ਗਏ ਨੇ, ਤਦ ਤੂੰ ਕਹਿਣਾ ਕਿ ਪਾਕਿਸਤਾਨ ਚ ਮੈਂ ਰਹੋ। ਇਹਦਾ ਕੀ ਐਡ ਕਰ ਦੇਣਾ। ਦੇਖੋ ਤੁਹਾਡਾ ਦਾ ਲੱਗੇ ਮੇਰਾ ਤਾਂ ਨਹੀਂ ਲੱਗਾ ਨਹੀਂ ਲੱਗਾ ਨਾ, ਕਿਤਨੇ ਅਰਸੇ ਦੀ ਮਿਹਨਤ ਹੈ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮਿਹਨਤ ਕਰਦੇ? ਦੇਖੋ ਜੀ ਉਹਦੇ ਮਸਲਾ ਹੈ ਵੇ ਕਿ ਉਹ ਜਿਹੜੀਆਂ ਰਾਤ ਦੇ ਵਿੱਚ ਕਮਰੇ ਦੇ ਵਿੱਚ ਟੁੱਟੇ ਲੈਪਟਾਪ ਤੋਂ ਸ਼ੁਰੂ ਸਫ਼ਰ ਕਰਕੇ ਅੱਜ ਇੱਥੇ ਤੱਕ ਆਏ ਹੋ, ਉਹ ਕੋਈ ਨਹੀਂ ਜਾਣਦਾ ਨਾ। ਜੁਸਤਜੂ ਜਿਹੜੀ ਹੈ ਜੀ ਉਹ ਕਿਸੇ ਨੇ ਨਹੀਂ ਦੇਖੀ ਨਾ। ਅੱਛਾ, ਉਹ ਦੋ ਚੀਜ਼ਾਂ ਨੇ, ਇੱਕ ਹੁੰਦਾ ਜੁਸਤਜੂ ਔਰ ਇੱਕ ਹੁੰਦਾ ਉਸ ਜੁਸਤਜੂ ਦਾ ਰਿਜ਼ਲਟ ਮਿਲ ਜਾਣਾ। ਜਿਹੜੀ ਅਟਰੈਕਸ਼ਨ ਹੈ ਨਾ ਅਮਰੀਕਾ ਦੀ, ਉਹ ਇਸ ਗੱਲ ਦੀ ਨਹੀਂ ਹੈ ਕਿ ਤੁਹਾਨੂੰ ਉੱਥੇ ਲੁੱਟ ਪਈ ਹੈ ਤੇ ਮਤਲਬ ਯਾਨੀ ਇਸ ਗੱਲ 'ਚ ਕੋਈ ਹਕੀਕਤ ਨਹੀਂ ਹੈ ਕਿ ਲੁੱਟ ਪਈ ਹੈ ਤੇ ਦਰਖਤਾਂ ਤੋਂ ਪੈਸੇ ਡਿੱਗ ਰਹੇ ਨੇ। ਹਾਂ, ਇਸ ਗੱਲ 'ਚ ਹਕੀਕਤ ਜ਼ਰੂਰ ਹੈ ਕਿ ਇੱਥੇ ਤੁਸੀਂ ਜੇ ਕਰਦੇ ਹੋ ਨਾ ਮਿਹਨਤ, ਤੇ ਉਸ ਮਿਹਨਤ ਦਾ ਤੁਹਾਨੂੰ ਫਲ ਮਿਲਦਾ ਹੈ। ਜਿਤਨੀ ਮਿਹਨਤ ਕਰੋਗੇ, ਜਿਤਨੀ ਸਟਰਗਲ ਕਰੋਗੇ, ਉਹਦਾ ਤੁਹਾਨੂੰ ਰਿਵਾਰਡ ਮਿਲਦਾ ਹੈ। ਔਰ ਉਹ ਰਿਵਾਰਡ ਜਿਹੜਾ ਹੈ ਉਹ ਉਸ ਲੈਵਲ ਤੇ ਲੈ ਜਾਂਦਾ ਹੈ ਜਿੱਥੇ ਤੁਸੀਂ ਉਸ $3,000 ਵਾਲੀ ਤੋਂ $30,000 ਵਾਲੇ ਪਰ ਮੰਥ ਇਨਕਮ ਤੇ ਚਲੇ ਜਾਂਦੇ ਹੋ ਓਵਰ ਦਾ ਪੀਰੀਅਡ ਔਨ ਅ ਕਲਿੱਕ। ਤੇ ਭਾਈਜਾਨ ਪਾਕਿਸਤਾਨ 'ਚ ਵੀ ਸਾਨੂੰ ਬਹੁਤ ਸਾਰੇ ਐਸੇ ਕਾਰੋਬਾਰੀ ਲੋਕ ਮਿਲਦੇ ਨੇ। ਮੈਂ ਸਿਆਲਕੋਟ 'ਚ ਜਾਣਨਾ ਬੇਸ਼ੁਮਾਰ ਨਹੀਂ ਸੈਂਕੜੋ ਲੋਕਾਂ ਨੂੰ ਕਿ ਜਿਨ੍ਹਾਂ ਬੱਚਿਆਂ ਨੇ ਮਿਹਨਤ ਸ਼ੁਰੂ ਕੀਤੀ ਹਾਰਡ ਵਰਕ ਕੀਤਾ, ਐਕਸਪੋਰਟ ਦੇ ਕਾਰੋਬਾਰ 'ਚ ਆਏ, ਅੱਜ ਉਹ ਕਰੋੜਪਤੀ ਨੇ ਬਲਕਿ ਅਰਬਪਤੀ ਨੇ। ਬਿਲਕੁਲ ਠੀਕ ਹੈ। ਪਰਸੈਂਟੇਜ ਕੈਸੀ ਹੈ? ਦੇਖੋ ਉਹਨਾਂ ਦੀ ਪਰਸੈਂਟੇਜ ਓਵਰਆਲ ਐਜ਼ ਅ ਪਾਪੂਲੇਸ਼ਨ ਜਿਹੜੀ, ਦੇਖੋ ਅਮਰੀਕਾ ਔਰ ਪਾਕਿਸਤਾਨ ਦੀ ਪਾਪੂਲੇਸ਼ਨ ਵਿੱਚ ਬਹੁਤ ਜ਼ਿਆਦਾ ਫਰਕ ਨਹੀਂ ਹੈ। ਇੱਥੇ 35 ਕਰੋੜ ਹੈ, ਉੱਥੇ 22 ਕਰੋੜ ਹੈ, 24 ਕਰੋੜ ਹੈ, ਇਤਨਾ ਹੀ ਫਰਕ ਹੈ। ਦੇਖੋ ਮਸਲਾ ਹੈ ਵੇ ਪਰਸੈਂਟੇਜ ਤੇ ਮੈਂ ਤੁਹਾਡੇ ਕੋਲ ਪੁੱਛਣਾ ਕਿ ਅਮਰੀਕਾ ਦੇ ਵਿੱਚ ਤੁਹਾਡੇ ਦੋਵਾਂ ਕੋਲ ਇੱਕ ਸਵਾਲ ਹੈ, ਲੋਕੀ ਸਵੇਰੇ 11 ਵਜੇ ਕਿੰਨੀ ਯੂਥ ਉੱਠਦੀ ਹੈ? 0% pretty much 11 ਵਜੇ ਅਮਰੀਕਾ 'ਚ ਕਿੰਨੇ ਵਜੇ ਉੱਠਦੇ ਨੇ? 11 ਵਜੇ ਉੱਠਣ ਦਾ ਮਤਲਬ ਹੈ ਕਿ ਤੁਸੀਂ ਉੱਠਿਆ ਹੀ ਨਹੀਂ। ਇਹਦਾ ਮਤਲਬ ਹੈ ਵੇ ਕਿ ਇੱਥੇ ਅਮੂਮੀ ਤੌਰ ਦੇ ਉੱਤੇ ਜਿਹੜਾ ਗੋਰਾ ਹੈ ਉਹ ਕਿਸ ਟਾਈਮ ਉੱਠਦਾ ਜਨਾਬ? 6 ਵਜੇ ਸਵੇਰੇ 6 ਵਜੇ ਉੱਠਦਾ ਜੀ। And the best thing is ਉੱਠ ਜਾਏ, ਫਜਰ ਦੀ ਨਮਾਜ਼ ਵੀ ਨਹੀਂ ਪੜ੍ਹਨੀ, ਫਜਰ ਦੀ ਨਮਾਜ਼ ਨਹੀਂ ਪੜਦਾ, ਫਿਰ ਵੀ 6 ਲੇਕਿਨ ਵਜੇ ਉਹ ਉੱਠਦਾ 6 ਵਜੇ ਉੱਠ ਕੇ 6:30 7 ਵਜੇ ਰੋਡ ਤੇ ਹੁੰਦਾ। ਤੁਸੀਂ 6:30 ਵਜੇ ਮੇਰੇ ਨਾਲ ਬਹੋ ਗੱਡੀ ਤੇ, ਤੁਸੀਂ ਟ੍ਰੈਫਿਕ ਦੇਖੋ ਕਿ ਮੀਲਾਂ ਤੱਕ ਟ੍ਰੈਫਿਕ ਲੱਗੀ ਹੋਏਗੀ। ਸੌਂ ਕਿਸ ਟਾਈਮ ਜਾਂਦਾ ਹੈ? ਸਰ ਮਗਰਬ ਦੀ ਅਜ਼ਾਨ ਤੋਂ ਪਹਿਲਾਂ ਹਨੇਰਾ ਹੋਣ ਤੋਂ ਪਹਿਲਾਂ ਜਿਹੜਾ ਸਾਡਾ ਇਸਲਾਮ ਕਹਿੰਦਾ ਹੈ। 11-12 ਵਜੇ ਕਿਸੇ ਗੋਰੇ ਦੇ ਘਰ ਸਵਾਲ ਹੀ ਨਹੀਂ ਪੈਦਾ ਹੁੰਦਾ ਸਰ। ਪੁਲਿਸ ਕਾਲ ਹੋ ਜਾਏਗੀ ਜੀ। ਤੁਸੀਂ ਗੋਰੇ ਦੇ ਘਰ ਤੁਸੀਂ ਬਾਹਰੋਂ ਗੱਡੀ ਤੇ ਜ਼ੋਰ ਨਾਲ ਨਿਕਲ ਜਾਓ ਨਾ ਸ਼ੋਰ ਕਰਕੇ, ਦਿਲ ਕਾਲ ਦਾ ਕਾਪਸ। ਨਹੀਂ ਤੇ ਜਿਹੜਾ ਸਾਨੂੰ ਅਸੀਂ ਮੂਵੀਆਂ 'ਚ ਦੇਖਨੇ ਆ ਨਾ ਰਾਤ ਹੋਈ ਦੀ ਏ ਤੇ ਜਨਾਬ ਸੋਨੇ ਕੁੜੇ ਮੁੰਡੀਆਂ ਗੁਰੇ ਜਨਾਬ ਸਿਰਫ ਸੈਟਰਡੇ ਨਾਈਟ, one weekend night they enjoy, they do the party like anything। ਮੂਵੀ ਦੇ ਵਿੱਚ ਰੈਗੂਲਰ ਲਾਈਫ ਕੌਣ ਦਿਖਾਦਾ ਹੈ ਤੁਹਾਨੂੰ? ਮੂਵੀ ਦੇ ਵਿੱਚ ਤੇ ਸਪੈਸੀਫਿਕ ਟਾਈਮ ਲਾਈਨ ਦਿਖਾਈ ਜਾਂਦੀ ਹੈ ਜਿੱਥੇ ਬੰਦਾ ਪਾਰਟੀ ਮੂਡ ਦੇ ਵਿੱਚ ਹੁੰਦਾ। ਮੂਵੀ reality ਤੁਹਾਡੀ ਵਜ੍ਹਾ ਦੇ ਨਾਲ ਹੈ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਔਰ ਗੋਰਿਆਂ ਦੀ ਵਜ੍ਹਾ ਦੇ ਨਾਲ ਸਾਰਾ ਪਾਕਿਸਤਾਨ ਸੀ ਸਾਰਾ ਫਿਰ ਸਾਲ ਹੀ ਪਾਰਟੀ ਨਾਈਟ 'ਚ ਰਹਿੰਦੇ ਆ। ਸਰ ਸਾਡੀ ਵਜ੍ਹਾ ਤੋਂ ਨਹੀਂ ਰਹਿੰਦੇ, ਤੁਸੀਂ ਆਪਣੇ ਹਾਡਰ ਆਮੀ ਦੀ ਵਜ੍ਹਾ ਤੋਂ ਰਹਿੰਦੇ ਹੋ ਬੇਸਿਕਲੀ। ਮੈਂ ਅਗਰ ਤਲਖ ਲਫ਼ਜ਼ ਹੋ ਸਕਦਾ ਕਿ ਨਹੀਂ ਤੇ ਫਿਰ ਸਾਡੇ ਨਸੀਬ ਹੀ ਆਏ ਨੇ। ਨਹੀਂ ਸਰ ਦੇਖੋ, ਨਸੀਬਾਂ ਤੇ ਤੁਸੀਂ ਨਹੀਂ ਪਾ ਸਕਦੇ ਨਾ। ਕੰਮ ਤੁਸੀਂ ਪੁੱਠੇ ਕਰੋ। 11 ਵਜੇ ਤੁਸੀਂ ਉੱਠੋ, ਜਾ ਕੇ ਤੁਸੀਂ ਸ਼ਾਲਵੀ ਮਾਰਕੀਟ ਖੋਲ ਕੇ ਦਿਖਾਓ ਮੈਨੂੰ 7 ਵਜੇ। 11 ਵਜੇ ਮੈਂ ਗਿਆ ਸ਼ਾਲਵੀ ਮਾਰਕੀਟ ਤੇ, ਅੱਧਾ ਬਾਜ਼ਾਰ ਸੁੱਤੇ ਅਸੀਂ ਕਹਿੰਦੇ ਇਹ ਟਾਈਮ ਨਹੀਂ ਹੋਇਆ, 12 ਵਜੇ ਖੋਲਾਂਗੇ ਅਸੀਂ। ਜਾਓ ਤੁਸੀਂ ਕਰਾਚੀ ਦੀ ਜਾ ਕੇ ਕਿਹੜੀ ਮਾਰਕੀਟ ਤੁਸੀਂ ਖੋਲਦੇ ਹੋ 7 ਵਜੇ? ਦੇਖੋ ਤੁਹਾਨੂੰ ਸਰ ਇੱਥੇ ਤੁਸੀਂ ਇਹ ਹੁਣ ਗੂਗਲ ਖੋਲ ਲਓ, ਕੋਈ ਰਿਟੇਲ ਦੀ ਸ਼ਾਪ, ਕੋਈ ਸਟੋਰ, ਕੋਈ ਬਿਜ਼ਨਸ, ਕੋਈ ਆਫਿਸ। ਸਰ 7 o'clock ਸ਼ਾਪ ਦੇ ਆਰ ਓਪਨ ਇਨ ਦ ਮਾਰਨਿੰਗ 7 o'clock। ਭਾਜੀ ਤੁਸੀਂ ਦੁਨੀਆ ਦੀ ਕੋਈ ਤਰੱਕੀ ਯਾਫਤਾ ਕੌਮ ਹੋ ਤਾਂ ਤਰੱਕੀ ਇਸ ਤਰ੍ਹਾਂ ਹੀ ਕੀਤੀ ਹੈ ਨਾ। ਕ੍ਰਿਸਮਸ ਕ੍ਰਿਸਮਸ ਵਾਲੇ ਨੇ ਵੀ ਸਟੋਰ ਖੋਲ ਕੇ ਰੱਖਦੇ ਨੇ। ਦਾ ਇਹੀ ਅਸੂਲ ਦਿੱਤਾ ਹੈ ਕਿ ਤਰੱਕੀ मतलब सुबह उठो, अला सुबह तुलुए आफ्ताब के वक्त रिज्क की तलाश में निकल जाओ। तभी इस्लाम ਦਾ ਅਸੂਲ ਹੈ ਨਾ ਰਾਤ ਨੂੰ ਜੋ ਮਜ਼ਾ ਆਂਦਾ ਹੈ ਲਾਈਟਾਂ ਜਲਾ ਕੇ ਸ਼ਾਪਿੰਗ ਕਰਨ ਦਾ। ਕੀ ਬਾਤ ਹੈ।
ਤੇ ਜਾਂ ਫਿਰ ऐसे ही। ਮਜ਼ੇ ਕਰ ਲਓ ਜਾਂ ਫਿਰ या ਤਰੱਕੀ ਕਰ तरक्की ਲਓ। कर लो सर। ਯਾਰ ਦੇਖੋ ਅਸੀਂ ਤੁਹਾਨੂੰ ਪਤਾ ਹੈ 2.7 ਬਿਲੀਅਨਸ ਆਫ ਡਾਲਰਸ ਦੀ ਤੇ ਐਲਪੀਜੀ ਕਰ ਛੱਡਨੇ ਆ। हाँ बिल्कुल ਅੱਛਾ, ठीक। ਤੁਸੀਂ ਚਾਹੁੰਦੇ ਕਿ ਤੁਸੀਂ ਮਜ਼ੇ ਕਰੋ और तरक्की भी नाल होंदी रहे। ਤਰੱਕੀ ਵੀ ਨਾਲ ਨਾਲ ਹੁੰਦੇ ਰਹੇ, ਵੱਡਾ ਪੜਾ ਜਿਹੜਾ ਵਲਾਇਤ ਬੈਠਾ ਹੈ, ਉਹਦੇ ਖਰਚੇ ਦੇ ਉੱਤੇ। ਹਾਂਜੀ ਹੁਣ ਇਸ ਪੁਆਇੰਟ ਜੀ ਤੁਸੀਂ ਹੁਣ ਪਹੁੰਚੇ ਹੋ ਨਾ ਹਾਂ, ਭਾਜੀ। ਅੱਛਾ, ਜੀ। ਤੁਹਾਡਾ ਇਹ ਮਕਸਦ ਤੇ ਹੈ ਤੁਸੀਂ ਸਾਨੂੰ ਪੈਸੇ ਭੇਜਣਾ ਬੰਦ ਕਰ ਛੱਡ ਦਿੰਦੇ ਨੇ ਯਾਰ, ਕੈਸੀ ਗੱਲ ਕੀਤੀ ਤੁਸੀਂ। ਬਿਲਕੁਲ ਐਸਾ ਹੀ ਬਿਲਕੁਲ ਸਰ, ਐਸਾ ਕਿਉਂਕਿ ਹੈ। ਉੱਥੇ ਜਿਹੜੇ ਤੁਸੀਂ ਅੱਧੀ ਰਾਤੀ 12 ਵਜੇ ਤੋਂ ਤੁਹਾਡਾ ਦਿਲ ਕਰਦਾ ਨਾ ਜਾ ਕੇ ਕਿ ਯਾਰ ਮੈਂ ਪਾਨ ਖਾਣੇ ਜਾ ਰਹਾ ਹूं, आओ गाड़ी में जाके बैठ के जाए, और ਅੱਗੇ ਤੁਹਾਨੂੰ ਪਤਾ ਲੱਗਦਾ 200 ਬੰਦਿਆਂ ਦੀ ਲਾਈਨ ਲੱਗੀ ਹੈ। ਹਾਏ 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 ਹੈ ਜੀ, ਰਾਤੀ 12 ਵਜੇ ਸਰ ਮਜ਼ਾ ਵੀ ਤੇ ਆਉਂਦਾ। ਮਜ਼ਾ ਵੀ ਆਉਂਦਾ ਰਾਈਟ, ਕਿਉਂਕਿ ਤੁਹਾਡਾ ਭਰਾ ਬਾਹਰ ਅਮਰੀਕਾ ਬਹਿ ਕੇ ਨਾ ਖੱਜਲ ਹੁੰਦਾ ਪਿਆ। ਜੀ। ਉਹ ਵਿਚਾਰਾ 7 ਵਜੇ ਮਗਰਿਬ ਦੀ ਨਮਾਜ਼ ਪੜ੍ਹਦਿਆਂ ਸਾਰ ਨਾ ਉਸ ਬਿਸਤਰ ਤੇ ਪੈ ਗਿਆ ਸੀ। ਉਹਨੇ ਸਵੇਰ 7-6 ਵਜੇ ਉੱਠ ਕੇ ਕੰਮ ਤੇ ਨਿਕਲਣਾ ਹੈ, ਉਹਨੇ ਆਪਣੇ ਗਿੱਟੇ ਗੋਡੇ ਘਸਾਣੇ ਨੇ। ਇਹ ਕੋਈ ਅੱਲਾ ਦਾ ਵੀ ਨਾ ਖਾਸ ਇਨਾਮ ਹੈ ਪਾਕਿਸਤਾਨ ਦੇ ਉੱਤੇ, ਕਿ ਅੱਲਾ ਉੱਥੇ ਕੁਝ ਜ਼ਿਆਦਾ ਮਿਹਰਬਾਨ ਹੈ ਸਾਡੇ ਮੁਲਕ ਦੇ ਉੱਤੇ। ਅੱਛਾ ਜੀ। ਹਾਂ, ਅੱਲਾ ਨੇ ਨਵਾਜ਼ੇ ਆਵਾਮ ਨੂੰ ਕਿ ਕੁਝ ਵੀ ਨਾ ਕਰੋਗੇ ਤੇ ਤਾਂ ਵੀ ਤੁਹਾਨੂੰ ਲੱਭ ਜਾਏਗਾ। ਅਮਰੀਕਾ ਹੀ ਸ਼ਾਇਦ ਅੱਲਾ, ਕਿਉਂਕਿ ਗੈਰ ਮੁਸਲਮਾਨਾਂ ਦਾ ਮੁਲਕ ਹੈ ਤੇ ਇੱਥੇ ਉਹ ਕਹਿੰਦਾ ਤੁਸੀਂ ਰਗੜੋਗੇ, ਮਿਹਨਤ ਕਰੋਗੇ ਤੇ ਤਾਂ ਤੁਹਾਨੂੰ ਲੱਭੇਗਾ। ਇਹ ਫਰਕ ਹੈ ਨਾ ਸਰ। ਜੀ ਤੁਹਾਡਾ ਕੀ ਖਿਆਲ ਹੈ? ਬਿਲਕੁਲ ਐਗਜ਼ੈਕਟਲੀ ਐਗਰੀ ਕਰਨਾ। ਤੁਸੀਂ ਦੇਖੋ ਨਾ ਮੇਰੇ ਏਜ ਫੈਲੋ ਤੇ ਮੇਰੇ ਤੋਂ ਭਾਈਦਾ ਨਾ 5 ਸਾਲ ਬੁੱਢੇ ਲੱਗਦੇ ਨੇ। ਜੀ ਜੀ, ਯਾਨੀ ਅਮਰੀਕਾ ਨੇ ਨਾ ਰਗੜਿਆ ਨਾ ਨੂੰ, ਬੁੱਢਾ ਹੋ ਗਿਆ। ਇਹ ਮਿਹਨਤ ਦੇ ਰੰਗ ਨੇ ਭਾਈ। ਮਿਹਨਤ ਦੇ ਰੰਗ ਨੇ। ਹਾਂ ਜਦੋਂ ਮਿਹਨਤ ਨਜ਼ਰ ਇਹ ਤੁਹਾਡੀ ਜਿਹੜੀ ਫਰਾਗਤ ਦੀ ਜਿਹੜੀ ਰੰਗੀਨੀ ਹੈ ਨਾ ਚਿਹਰੇ ਤੇ, ਇਹ ਦਿਖ ਰਹੀ ਹੈ। ਅੱਛਾ ਜਨਾਬ, ਠੀਕ ਹੈ ਯਾਰ ਸਭ। ਕੋਈ ਹੋਰ ਜਨਾਬ ਕੁਝ ਤੁਸੀਂ ਸਾਨੂੰ ਪਾਕਿਸਤਾਨੀਆਂ ਨੂੰ ਨਸੀਹਤ ਕਰਨਾ ਚਾਹੋ ਜਨਾਬ? ਸੋ ਖੁਦਾ ਦਾ ਵਾਸਤਾ ਕੰਮ ਕਰ ਲਓ, ਖੁਦਾ ਦਾ ਵਾਸਤਾ। ਉਹ ਸਾਡੇ ਵੱਡਿਆਂ ਨੇ ਨਹੀਂ ਉਹ ਸੀ ਕੀਤਾ। ਖੁਦਾ ਦਾ ਵਾਸਤਾ ਹੈ ਸਰ, ਇਹ ਮੇਰੇ ਹੱਥ ਜੋੜੇ ਉਹ ਸਾਡੇ ਵੱਡਿਆਂ ਨੇ ਤੁਸੀਂ ਨਹੀਂ ਉੱਠ ਕੀਤਾ, ਉਹਨਾਂ ਦੇ ਵੱਡਿਆਂ ਨੇ ਨਹੀਂ ਸੀ ਤੁਸੀਂ ਕੀਤਾ। ਉੱਠ ਸਾਡੇ ਕੇ ਤਵੱਕਲ ਬੜੀ ਅੱਛੀ emperors ਚੀਜ਼ ਨੇ ਨਹੀਂ ਸੀ ਹੈ, ਕੀਤਾ। ਪਰ ਤਵੱਕਲ ਤੋਂ ਪਹਿਲਾਂ ਤਦਬੀਰ ਕਰ ਲਓ, ਉੱਠ ਕੇ ਕੋ ਕੰਮ ਕਰ ਲਓ। ਉਹ ਨਲਾਇਕਾਂ ਦੇ ਬਸਤੇ ਭਾਰੀ ਹੁੰਦੇ ਨੇ, ਖੁਦਾ ਦਾ ਵਾਸਤਾ ਨਲਾਇਕਾਂ ਦੇ ਬਸਤੇ ਭਾਰੀ ਕਰਨਾ ਛੋੜ ਦਿਓ, ਉੱਠ ਕੇ ਤੇ ਕੰਮ ਕਰ ਲਓ, ਨਿਕਲ ਕੇ ਪਾਓ ਕੰਮ ਮਾਰਕੀਟ ਕਰ ਲਓ। ਵਿੱਚ। ਹਾਂਜੀ, ਇਹ ਰਾਤੀ 12 ਵਜੇ ਜਾ ਯਾਰ ਕੇ ਤੁਸੀਂ ਕੀ ਅਯਾਸ਼ੀ ਬਿਲਕੁਲ ਮਾਰਨਾ ਨਹੀਂ, ਛੋੜ ਦਿਓ। ਕੰਮ ਕਰਨਾ ਸ਼ੁਰੂ ਕਰ ਦਿਓ ਯਾਰ। ਕਦੋਂ ਤੱਕ ਡਿਪੈਂਡ ਕਰੇਗਾ ਵੱਡੇ ਭਰਾ? ਵੱਡਾ ਭਰਾ ਮਰ ਜਾਵੇਗਾ ਹਾਂ। ਵਲਾਇਤ ਵਾਲਾ, ਤੇ ਫਿਰ ਕੀ ਕਰੋਗੇ? ਫਿਰ ਉਹਦੀ ਬਣਾਈ ਜਾਇਦਾਦ ਵੇਚ ਕੇ ਖਾਣਗੇ ਨਾ। ਅਸੀਂ ਫਿਰ ਉਧਾਰ ਮੰਗ ਲਾਂਗੇ। ਹਾਂ, ਉਹਦੀ ਜਿਹੜੀ ਬਣਾਈ ਜਾਇਦਾਦ ਹੈ ਉਹਦੇ ਤੇ ਕਬਜ਼ਾ ਕਰ ਲਾਂਗੇ। ਕਬਜ਼ਾ ਕਰ ਲਾਂਗੇ। ਤੁਹਾਡੀ ਅਗਲੀ ਨਸਲ ਕੀ ਕਰੇਗੀ ਫਿਰ? ਉਹ ਮੰਗ ਲੇਗੀ। ਗਰੀਬ ਤੋਂ ਗਰੀਬ ਤਰ ਹੁੰਦੇ ਜਾਓਗੇ ਨਾ। ਉਹੀ ਹੋ ਰਹੇ ਨੇ ਨਾ ਸਰ, ਪਿਛਲੇ 75 ਸਾਲ ਤੋਂ ਉਹੀ ਹੋ ਰਹੇ। ਸਰਕਲ ਇੰਜ ਹੀ ਚੱਲ ਰਿਹਾ ਨਾ ਭਾਈ ਸਾਹਿਬ। ਨਹੀਂ ਖੁਦਾ ਦਾ ਵਾਸਤਾ ਇਸ ਸਰਕਲ ਨੂੰ ਤੋੜ ਦਿਓ। ਅਸੀਂ ਮੰਗਣਾ ਨਹੀਂ ਉੱਠ ਕੇ ਤੇ ਛੱਡਣਾ, ਕੰਮ ਇਹ ਸ਼ੁਰੂ ਕਹਿਣਾ ਕਰਨਾ। ਚਾਹ ਰਹੇ। ਆਹੋ ਨਹੀਂ ਮੰਗਣ ਦੇ ਵਿੱਚ ਦੇਖੋ ਕੋਈ ਬੁਰਾਈ ਹੈ? ਨਹੀਂ ਉਹ ਕੋਈ ਬੁਰਾਈ ਨਹੀਂ, ਬਿਲਕੁਲ ਪਰ ਮੰਗੋ ਅੱਲਾ ਦੀ ਜ਼ਾਤ ਤੋਂ, ਤਵੱਕਲ ਕਰੋ, ਲੇਕਿਨ ਤਵੱਕਲ ਤੋਂ ਬੰਦਿਆਂ ਪਹਿਲਾਂ ਕੋਲ ਮਿਹਰਬਾਨੀ ਬੰਦਾ ਕਰ ਦਿਓ। ਇਹ ਜਿਹੜਾ ਤੁਹਾਡੇ ਨਸੀਬਾਂ 'ਚ ਅੱਲਾ ਨੇ ਤੁਹਾਨੂੰ ਦੱਸ ਦਿੱਤਾ ਨਾ, ਸਿਮ ਯਾਰ ਤੇ ਮੈਸੇਜ ਆ ਜਾਂਦਾ ਥੋੜਾ ਹੈ। ਜਿਹਾ ਬਗੈਰਤ ਹੋ ਜਾਏ ਤੇ ਮੌਜ ਨਹੀਂ ਹਾਂ ਹੈ। ਨਹੀਂ, ਬਗੈਰਤਾ ਦੀ ਤਾਂ ਬਹੁਤ ਮੌਜ ਹੈ। ਚਾਹੇ ऐसे- ਪੈਸਾ ਹੋਏ ਜਾਂ ਹੋਰ ਵੀ ਕੋਈ ਮਾਮਲਾ ਹੋਏ, ਦੇਣੇ ਵਾਲਾ ਬਿਹਤਰ ਹੁੰਦਾ ਹੈ ਕਿ ਲੈਣੇ ਵਾਲਾ ਬਿਹਤਰ ਹੁੰਦਾ ਹੈ? ਭਾਈਜਾਨ ਲੈਣੇ ਵਾਲਾ ਬਿਹਤਰ ਹੈ। ਹਾਂ, ਕਿਉਂਕਿ ਲੈਣੇ ਵਾਲੇ ਦੀ ਤਾਂ ਮੌਜ ਲੱਗ ਗਈ। ਨੈਟਫਲਿਕਸ ਵੇਖੋ। ਇਹ ਤਾਂ ਪਾਕਿਸਤਾਨੀ ਕਾਨਸੈਪਟ ਹੈ ਨਾ। ਬਿਹਤਰ ਹਮੇਸ਼ਾ ਦੇਣੇ ਵਾਲਾ ਹੀ ਉਹ ਕਿਸ ਹੁੰਦਾ ਤਰ੍ਹਾਂ ਹੈ, ਭਾਜੀ? क्योंकि देने वाले ਨੂੰ ਜਿਹੜੀ ਸੈਟੀਸਫੈਕਸ਼ਨ ਹੁੰਦੀ ਹੈ दे के, आप मेहनत करके अपने बच्चे को एक खूबसूरत सा गिफ्ट लेकर देते हैं, आपके बच्चे को जितनी खुशी होती है ਉਸ ਤੋਂ ਜ਼ਿਆਦਾ ਖੁਸ਼ੀ ਤੁਸੀਂ ਤੁਹਾਨੂੰ ਖੁਦ ਭਾਜੀ ਹੁੰਦੀ ਇਹ ਹੈ। ਸੈਟੀਸਫੈਕਸ਼ਨ ਰੱਖੋ ਆਪਣੇ ਕੋਲ। ਕੋਲ ਤੇ ਸਾਨੂੰ ਸਾਡੀ ਫਰਾਗਤ ਵਿੱਚ ਮੁਤਮਿਨ ਰਹਿਣ ਦਿਓ। ਵੇਲੀਆਂ ਖਾਣੀ ਹਾਂ ਨੂੰ ਮੌਜਾਂ ਕਰਨ ਦਾ। ਉਹ ਸਵੇਰੇ 11 ਵਜੇ ਅਸੀਂ ਪਰਾਠਾ ਖਾਣਾ ਹੈ, ਪਰਾਠਾ ਰਾਈਟ। ਤੇ ਉਸ ਤੋਂ ਬਾਅਦ 4 ਵਜੇ ਦੇ ਨਾਲ ਅਸੀਂ ਲੰਚ ਕਰਨਾ ਹੈ। ਫਿਰ ਅਸੀਂ ਦੋਸਤਾਂ ਨਾਲ ਫਿਰਨ ਜਾਣਾ ਹੈ, ਦੋਸਤਾਂ ਨਾਲ। 11 ਵਜੇ ਨਾਲ ਭਾਜੀ ਸੀ ਨਾਸ਼ਤਾ ਰੋਟੀ ਖਾਣੀ ਰਾਤ ਦੀ। ਹਾਂਜੀ। ਫਿਰ ਜਨਾਬ ਜੇ ਸਾਡੇ ਚੋਂ ਕਿਸੇ ਨੇ ਬਹੁਤੀ ਖਾ ਲਈ ਤੇ ਹੋ ਸਕਦਾ ਸਵੇਰੇ 5-6 ਵਜੇ ਹਾਰਟ ਅਟੈਕ ਨਾਲ ਫੜਕ ਜਾਏ। ਲੇਕਿਨ ਉਹ ਵੀ ਜਿਹੜੀ ਰੱਬ ਨੇ ਲਿਖੀ ਦੀ ਹੈ, ਲਿਖੀ ਹੈ, ਉਹ ਹੀ ਕਬਰ ਵਿੱਚ ਉਹ ਕਬਰ ਵਿੱਚ ਹੀ ਹੈ। ਜੀ ਦੇਖੋ ਜੀ, ਅਗਰ ਤੁਸੀਂ ਜ਼ਿੰਦਗੀ 'ਚ ਕੋਈ ਕਾਮਯਾਬੀ ਨਹੀਂ ਹਾਸਲ ਕਰਨਾ ਚਾਹੁੰਦੇ, ਤੁਸੀਂ ਆਪਣੇ ਆਪ ਨੂੰ ਆਪਣੀ ਮੁਸਤਕਬਲ ਨਹੀਂ ਸਵਾਰਨਾ ਚਾਹੁੰਦੇ, ਆਪਣੇ ਬੱਚਿਆਂ ਨੂੰ ਇਹੀ ਗੁਲਾਮੀ ਦਾ ਮਾਈਂਡਸੈਟ ਦੇਣਾ ਚਾਹੁੰਦੇ ਹੋ, ਤੇ ਇਹ ਜੋ ਗੱਲਾਂ ਦੱਸ ਰਹੇ ਨੇ ਇਹਨਾਂ ਤੋਂ ਬਿਲਕੁਲ ਪਿੱਛੇ ਨਹੀਂ ਹਟਣਾ। ਬਿਲਕੁਲ ਇਹਨਾਂ ਨੂੰ ਕੰਟੀਨਿਊ ਕਰਨ ਦਿਓ। ਤੁਹਾਨੂੰ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ, ਬਿਜ਼ਨਸ ਕਰਨ ਦੀ ਜ਼ਰੂਰਤ ਨਹੀਂ, ਕੋਈ ਕੰਮ ਐਸਾ ਨਹੀਂ ਜਿਹਦਾ ਤੁਹਾਨੂੰ ਮੈਂ ਵੀ ਇੰਡੋਰਸ ਕਰ ਦੇਣਾ ਹੈ। ਹਾਂਜੀ, ਤੁਸੀਂ ਇੰਡੋਰਸ ਕਰ ਰਹੇ ਹੋ। ਹਾਂ, ਇਹ ਬਿਲਕੁਲ ਤੁਹਾਨੂੰ endorse। ਮੁਕੰਮਲ ਗੁੰਮਰਾਹ ਕਰ ਰਹੇ ਨੇ। ਜੀ, ਇਹ ਬਿਲਕੁਲ। ਦੋਨੋਂ ਗੁੰਮਰਾਹ ਕਰ ਰਹੇ ਨੇ। ਜੀ। ਇਹ ਚਾਹੁੰਦੇ ਨੇ ਜਿਹੜੀ ਜੰਨਤ ਤੁਹਾਡੀ ਬਣੀ ਦੀ ਹੈ ਹਾਂਜੀ ਹੈ ਉਹ ਉਸੇ- ਤੁਹਾਡੀ ਜੰਨਤ ਤੁਹਾਡੇ ਕੋਲ ਖਿੱਚ ਲਈ ਜਾਏ। ਹਾਂ। ਇੱਕ ਬੰਦਾ ਜੋ ਹੈ ਘਰ 'ਚ ਜ਼ਲੀਲ ਹੋਣ ਵਾਸਤੇ, ਬਿਲਕੁਲ ਤੇ ਪੂਰੇ ਖਾਨਦਾਨ ਨੂੰ ਜ਼ਲੀਲ ਹੋਣ ਦੀ ਕੀ ਜ਼ਰੂਰਤ ਹੈ? नहीं बिल्कुल सही। ਹਾਂਜੀ ਤੇ ਨਾਲੇ ਜਦੋਂ ਅਸੀਂ ਮੰਗਤੇ ਹਾਂ ਤੇ ਮੰਗਤੇ रहने हैं यार। वैसे भी आप मांगने आए नहीं है, वैसे शक्ल से लगता है कि मांगने आए हैं, लेकिन आप मांग नहीं रहे। थैंक यू सो मच जनाब, थैंक यू जज़ाकल्लाह यार। जी, अच्छा thank जी, you। ये जो इवेंट हम लोगों ने अभी ये छोटी सी क्या से बोलते हैं जी, शो किया हम लोगों ने, मुकालमा किया। इसके अंदर हम लोगों ने प्लान ये किया था कि मैं इस चीज़ को डिफेंस करूंगा कि पाकिस्तान में जो है वो रहना चाहिए है, और खैर और ये उल्टा हो गया। राइट। तो बहरहाल होप
आपने जनाब एंजॉय किया होगा और सबक सीखें इससे, सबक सीखें। ये सरकेज़म था, ये समझाना आवाम को जरूरी है। पता लगा आवाम सही समझ रही होगी कि सही कह रहे हैं, तो ये आवाम की नसीहत है। 5 साल तो कह रहे हैं कि भाईजान मेहनत करो, हाँ, सवेरे उठो, हाँ जी, है उस्मान साहब से नमाज लुटते ने, फिर एक्सरसाइज करते ने। ये बेसिकली हम टॉन्ट कर रहे थे, टॉन्ट कर रहे हैं कि ऐसा ये सैटायर था बेसिकली हमारा। ਆ ਵੀ ਕੋਈ ਭਾਈ ਤੁਹਾਡੀ ਮਿਹਰਬਾਨੀ ਆ ਮੇਰੇ ਹੱਥ ਵੇਖਿਓ ਆ ਕਿ ਕਲਿੱਪ ਜਿਹੜੇ ਨੇ ਨਾ ਵਾਇਰਲ ਹੋ ਜਾਂਦੇ ਵਾਇਰਲ ਹੋ ਜਾਂਦੇ ਨੇ ਕਿ ਜੀ ਉਸਮਾਨ ਸਾਹਿਬ ਤੋਂ कहते हैं जी भैया ਤੁਹਾਡਾ ਰਾਮੀ ਕਰੋ ਜੀ, ਬੈਗ ਕੰਮ ਕਰਨ ਦੀ ਕਾਦੀ ਲੋੜ ਹੈ। हाँ, उस्मान भाई ने एंडोर्स कर दिया था कि बड़ा भाई काम करेगा और मैं सारी जिंदगी। ਹਾਂ ਤੇ ਪਤਾ ਲੱਗਾ ਕੱਲ ਸਵੇਰ ਜਾ ਕੇ ਸਾਰੇ ਛੋਟੇ ਬੱਚੇ ਜਿਹੜੇ ਨੇ ਨਾ ਉਹ ਆਪਣੇ ਸਕੂਲਾਂ ਯੂਨੀਵਰਸਿਟੀਆਂ ਦਫ਼ਤਰਾਂ ਤੋਂ ਰਿਜ਼ਾਈਨ ਦੇ ਕੇ ਘਰ ਆ ਜਾਣ, ਬੋਲਣਾ ਜੀ ਵੱਡਾ ਭਰਾ ਲੱਗਿਆ ਕੰਮ ਕਰਨ। ਆ ਜੀ ਵਾਹ ਜੀ Please ਵਾਹ, ਆਪ- ਬਿਲਕੁਲ ਤੇ ਵੈਸੇ ਇੱਕ ਹੋਰ ਗੱਲ ਯਾ ਸਾਹਿਬ ਭਰਜਾਈ ਕੀ ਵੀ ਕੰਮ ਕਰਦੇ ਨੇ ਨਾ ਇੱਥੇ ਹਰ ਬੰਦਾ ਸਰ, हर बंदा Every ही कम single करता है। person, ਠੀਕ ਹੈ ਅੰਮਾ ਖਤੀਜਾ हाँ ਦੀ जी, ਸੁਨਨਤ ਸਾਨੂੰ ਕਿਉਂ ਭੁੱਲ ਜਾਂਦੀ ਹੈ? ਸਰ ਇਹ ਪਾਕਿਸਤਾਨ ਵਿੱਚ ਭੁੱਲ ਜਾਂਦੇ ਹੋ ਨਾ ਤੁਸੀਂ, ਕਹਿੰਦੇ ਨੇ ਪਰਦੇ 'ਚ ਰੱਖਣਾ ਹੈ, ਇਸਲਾਮ ਨੇ ਪਰਦੇ ਦਾ ਹੁਕਮ ਦਿੱਤਾ ਹੈ, ਲੇਕਿਨ ਇਸਲਾਮ ਨੇ ਕਿਧਰੇ ਵੀ ਇਹ ਨਹੀਂ ਕਿਹਾ ਕਿ ਔਰਤ ਕੰਮ ਨਹੀਂ ਕਰ ਸਕਦੀ। ਹਾਂ ਅਗਰ ਬਹੁਤ ਸਾਹਿਬੇ ਅਸਬਾਬ ਹੋ ਔਰ ਤੁਹਾਨੂੰ ਬੱਚੇ ਨੇ ਜ਼ਰੂਰਤ ਘਰ ਨਹੀਂ 'ਚ ਬੱਚਿਆਂ ਦੀ ਤਰਬੀਅਤ ਕਰਨਾ ਵੀ ਤਰਬੀਅਤ ਕਰਨਾ ਪੂਰੀ ਇੱਕ ਜਾਤ ਪੂਰਾ ਹੈ। ਕੰਮ ਹੈ, ਹਾਂਜੀ। ਲੇਕਿਨ ਨਾ ਤਾਂ ਤੁਸੀਂ ਉਹ ਕਰਦੇ ਹੋ ਔਰ ਨਾ ਤੁਸੀਂ ਬਾਹਰ ਜਾ ਕੇ ਕੰਮ ਕਰਦੇ ਹੋ, ਤੇ ਇਹ ਬਹੁਤ ਜ਼ਿਆਦਾ ਕੰਟਰਡਿਕਸ਼ਨ ਹੈ। मतलब 50% ਪੋਪੂਲੇਸ਼ਨ ਤੁਹਾਡੀ ਉਂਝੀ ਔਰਤਾਂ ਦੀ ਹੈ ਜਿਹੜੀ ਕੰਮ ਨਹੀਂ 52 51 ਜਾਂ 52% ਹੈ ਤੇ ਉਹਦੇ ਲੇਡੀਜ਼ ਬਾਅਦ ਪੋਪੂਲੇਸ਼ਨ। 30 ਤੋਂ 40% ਤੁਸੀਂ ਉਂਝ ਵੇਲੇ ਹੋ, ਹਾਂ ਤੇ ਕੰਮ ਕੌਣ ਕਰ ਕੰਮ ਕੌਣ ਕਰ ਰਿਹਾ? ਨਹੀਂ ਲੇਕਿਨ ਮੈਨੂੰ ਦੱਸੋ ਜੰਨਤ ਜਾ ਕੇ ਆਪਾਂ ਕੀ ਕਰਨਾ? ਅਯਾਸ਼ੀ ਆਰਾਮ ਸਾਡੀ ਯਾਜੀ ਦਾ ਸਾਡੀ ਇੱਥੇ ਲੱਗੀ ਤੁਸੀਂ ਸਾਨੂੰ ਭਾਈ ਬੜੀ ਮਿਹਰਬਾਨੀ ਸਰ, ਸਾਡੀ ਜੰਨਤ ਖਰਾਬ ਨਾ ਸਾਡੀ ਕਰੋ। ਜੰਨਤ ਖਰਾਬ ਨਾ ਕਰੋ। ਦੇਖੋ ਠੀਕ ਨਹੀਂ ਜੰਨਤ ਦੇ ਵਿੱਚ ਜਾ ਕੇ ਤੁਸੀਂ ਆਯਾਸ਼ੀ ਕਰਨੀ ਹੈ, ਲੇਕਿਨ ਉਹਦੀ ਸ਼ਰਤ ਹੈ, ਕੀ ਕਿ ਉਹਦੀ ਜੰਨਤ ਸ਼ਰਤ ਹੈ- ਜਾਓਗੇ ਤਾਂ ਕਰੋਗੇ ਨਾ। ਹਾਂ, ਤੇ ਜੰਨਤ ਦੇ ਜਾਣ ਦੇ ਵਿੱਚ ਤੁਸੀਂ ਜਾਣ ਲਈ ਉਹਦੇ ਕ੍ਰਾਈਟੇਰੀਆ ਹੈ ਕਿ ਤੁਸੀਂ ਆਯਾਸ਼ੀ ਨਹੀਂ ਕਰਨੀ। ਅਸੀਂ ਆਲਰੇਡੀ ਆਸ਼ੀ ਕਰ ਰਹੇ ਜੰਨਤ ਚ, ਤੇ ਫਿਰ ਜੰਨਤ ਕਿਉਂ ਐਕਸਪੈਕਟ ਕਰ ਰਹੇ ਹੋ? ਤੁਹਾਨੂੰ ਦੁਨੀਆ ਦੇ ਵਿੱਚ ਜੰਨਤ ਲੱਭ ਗਈ ਨਾ, ਜਿਨ੍ਹਾਂ ਨੂੰ ਮੁਸਲਮਾਨ ਨੂੰ ਇੱਥੇ ਵੀ ਜੰਨਤ ਮਿਲੇਗੀ, ਅੱਗੇ ਵੀ ਜੰਨਤ ਮਿਲੇਗੀ। वो तो किस्मत पे डिपेंड करता ना। इट्स पॉसिबल, वेरी पॉसिबल कि कुछ लोगों की किस्मत ऐसी होती दुनिया ਦੇ ਵਿੱਚ ਵੀ ਜੰਨਤ ਮਿਲਦੀ ਹੈ, ਅੱਗੇ ਵੀ ਜੰਨਤ ਮਿਲਦੀ ਹੈ, ਲੇਕਿਨ ਬੇਸਿਕ ਰੂਲ ਇਹੀ ਹੈ ਕਿ ਦੁਨੀਆ ਤੁਹਾਡਾ ਟੈਸਟ ਹੈ, ਅੱਗੇ ਜਾ ਕੇ ਤੁਹਾਨੂੰ ਇਨਾਮ ਮਿਲੇਗਾ। ਤੇ ਟੈਸਟ ਦੇ ਲਈ ਤੁਹਾਨੂੰ ਕੰਮ ਕਰਨਾ ਵਾ, ਵੱਡਾ ਭਰਾ ਇੱਕ ਕੰਮ ਕਰੇਗਾ ਤੇ ਇਨਾਮ ਤੁਹਾਨੂੰ ਮਿਲਣਾ ਚਾਹੀਦਾ ਨਾ ਅੱਗੇ ਜਾ ਕੇ, ਕਿ ਇਨਾਮ ਤੁਹਾਨੂੰ ਮਿਲੇਗਾ, ਕੰਮ ਵੱਡੇ ਭਰਾ ਨੇ ਕੀਤਾ ਅਯਾਸ਼ੀ ਤੁਸੀਂ ਤੇ ਵੱਡੀ ਇਨਾਮ ਤੁਹਾਨੂੰ ਅੱਗੇ ਮਿਲੇਗਾ। ਤੇ ਸਾਡਾ ਭਰਾ ਵੀ ਕੋਈ ਆਸਾਨ ਕੀਤਾ ਉਹਨੇ ਸਾਡੇ ਉੱਤੇ ਹਾਂ ਬਿਲਕੁਲ ਆਸਾਨ ਕੀਤਾ, ਬਿਲਕੁਲ ਆਸਾਨ ਕੀਤਾ ਸਰ। ਖੁਦਾ ਦਾ ਵਾਸਤਾ ਜੀ ਇਹ ਮੇਰੇ ਹੱਥ ਬਸ ਕਰ ਦਿਓ, ਉਹ ਬਸ ਕਰ ਦਿਓ। ਤੁਹਾਡਾ ਭਰਾ ਅਗਰ ਤੁਹਾਨੂੰ ਇੱਕ ਵਕਤ ਦੀ ਰੋਟੀ ਵਾਸਤੇ ਵੀ ਪੈਸੇ ਭੇਜ ਦਿੰਦਾ ਨਾ, ਤੁਹਾਡੇ ਇਵਨ ਕੰਮ ਵਾਸਤੇ ਵੀ ਸਪੋਰਟ ਕਰਦਾ, ਉਹਦਾ ਇਹਸਾਨ ਹੈ ਜੀ, ਉਹਦਾ ਇਹਸਾਨ ਹੈ ਸਰ। ਤੁਸੀਂ ਓਵਰਸੀਜ਼ ਪਾਕਿਸਤਾਨੀ ਪਤਾ ਨਹੀਂ ਕਿਆ ਉਹਦੀ ਖੂਨ ਸਫੈਦ ਹੋ ਜਾਂਦਾ, ਲੀਗਲ ਜਾਂ ਰਿਲੀਜੀਅਸ ਆਬਲੀਗੇਸ਼ਨ ਕੋਈ ਆਬਲੀਗੇਸ਼ਨ ਨਹੀਂ ਹੈ ਸਰ, ਨਾ ਮਜ਼ਹਬੀ ਤੁਹਾਨੂੰ ਰੋਟੀ ਨਾ ਮਜ਼ਹਬੀ ਨਾ ਲੀਗਲੀ ਨਾ ਸਕਾਫਤੀ, ਸਿਰਫ ਔਰ ਸਿਰਫ ਤੁਸੀਂ ਪਾਕਿਸਤਾਨ ਦਾ ਕਲਚਰ ਬਣਾਇਆ ਕਿ ਜੀ ਵੱਡੇ ਭਰਾ ਨੇ ਕੀਤਾ ਤਾਂ ਉਹਦਾ ਫਰਜ਼ ਸੀ, ਉਹਦਾ ਬਿਲਕੁਲ ਫਰਜ਼ ਨਹੀਂ। ਪਿਓ ਦਾ ਤੇ ਫਰਜ਼ ਹੈ, ਪਿਓ ਦਾ ਫਰਜ਼ ਹੈ ਤੁਹਾਡੀ ਤਰਬੀਅਤ ਕਰਨਾ ਜੀ। ਪਿਓ ਦਾ ਵੀ ਇਹ ਫਰਜ਼ ਨਹੀਂ ਕਿ ਤੁਸੀਂ ਬੱਚਿਆਂ ਲਈ ਆਪ ਹੋ ਜਾਓ, ਤੁਸੀਂ 40 ਸਾਲਾਂ ਦੇ ਬਾਬੇ ਹੋ ਜਾਓ, ਮੇਰੇ ਹਰ ਗੰਜੇ ਹੋ ਜਾਓ ਤੇ ਉਸ ਤੋਂ ਬਾਅਦ ਹੀ ਪਿਓ ਤੁਹਾਨੂੰ ਬਹਿ ਕੇ ਖਵਾਉਂਦਾ ਰਵੇ, ਐਸਾ ਕੋਈ ਫਰਜ਼ ਨਹੀਂ। ਤੁਸੀਂ ਆਪਣੀ ਸਿਹਤਮੰਦ ਹੋ। ਕੀ ਕਰਨਾ ਭਾਈ ਰੀਲ ਸਾਹਿਬ, ਅਮਰੀਕਾ ਜਾ ਕੇ ਇੰਨੇ ਪੈਸੇ ਕਮਾ ਕੇ ਤੇ ਉਹਨੇ ਆਪਣੀ ਜ਼ਿੰਦਗੀ ਨਹੀਂ ਜੀਣੀ, ਤੇ ਉਹਦੀ ਜ਼ਿੰਦਗੀ ਅਸੀਂ ਆ ਪਾਕਿਸਤਾਨੀ ਇੱਥੇ ਸਾਡਾ ਕਲਚਰ ਇਹ ਕਹਿੰਦਾ ਹੈ, ਅਮਰੀਕਾ ਇਹ ਚ ਅਸੀਂ ਕਹਿੰਦੇ ਕਿ ਜਿਹੜਾ ਬਾਪ ਰਿਟਾਇਰ ਹੋ ਰਿਹਾ ਨਾ, ਤਾਂ ਉਹਦੀ ਆਫਟਰ ਰਿਟਾਇਰਮੈਂਟ ਵੀ ਇੱਕ ਪੂਰੀ ਲਾਈਫ ਹੈ, ਉਹਨੇ ਉਸ ਰਿਟਾਇਰਮੈਂਟ ਲਾਈਫ ਨੂੰ ਵੀ ਇੰਜੋਏ ਕਰਨਾ। ਤੁਹਾਡਾ ਖਿਆਲ ਹੈ ਵੇ ਕਿ ਸਾਡਾ ਪਿਓ ਜਰਾ ਵੇ ਅਮਰੀਕਾ 'ਚ ਜਾ ਕੇ ਪੈਸੇ ਕਮਾਏ, ਹਾਂਜੀ ਉਹ ਪੈਸੇ ਬਣਾਏ और ਉੱਠ के थाईलैंड निकल जाए, ਇੱਕ ਹੋਰ ਵਿਆਹ ਕਰ ले, थाईलैंड निकल जाए सर, थाईलैंड के किसी आइलैंड पे बैठ के मोहितो पिए सर बैठ के, आप क्या बात कर रहे हैं? उस बेचारे ने जिंदगी घसाई है, गुट्टे गोडे ਉਹਦੇ ਘਿਸ ਗਏ ਨੇ, ਹੁਣ ਬੁਢਾਪੇ 'ਚ ਤੁਹਾਨੂੰ ਆਰਾਮ ਕਰ ਲੈਂਦੇ ਹੋ ਕਿਧਰੇ। ਤੇ ਸਾਡਾ ਕੌਣ ਕੋਈ ਸੋਚੇਗਾ? ਤੁਸੀਂ ਆਪ ਸੋਚਣਾ ਹੈ, ਤੁਸੀਂ ਉਠੋ ਜਾਗੋ, ਹੈਲੋ 6 ਵਜੇ ਕੋਈ ਕਿੱਥੋਂ ਆ ਗਿਆ ਭਾਈ ਸਾਹਿਬ, ਤੁਹਾਡਾ ਕੋਈ ਕਿਉਂ ਸੋਚੇ? ਭਾਈ ਜੀ ਬਹੁਤ ਖੁਦਗਰਜ਼ ਲੋਕ ਜੇ ਹੈ, ਖੂਨ ਸਫੈਦ ਹੋ ਗਿਆ ਨਾ ਇਹ ਚਿੱਟੇ ਖੂਨ ਸਫੇਦ ਹੋ ਗਏ ਨੇ, ਸਫੇਦ ਤੋਂ ਵੀ ਬਦਲ ਕੇ ਟ੍ਰਾਂਸਪੇਰੈਂਟ ਹੋ ਗਏ ਨੇ। ਹਾਂ ਤੇ ਟ੍ਰਾਂਸਪੇਰੈਂਟ। ਆਪਾਂ ਕਰਨਾ ਕੁਝ ਨਹੀਂ, ਅਸੀਂ ਜੰਨਤ 'ਚ ਰਹਿ ਰਿਹਾ ਤੇ ਜੰਨਤ 'ਚ ਰਹਿਣਾ, ਤੇ ਕਰਨਾ ਕੁਝ ਨਹੀਂ ਤੇ ਕਸਮ ਖਾਦੀ ਆਪਣੀ। ਅੱਛਾ ਮੈਂ ਤੇਰੇ ਕੋਲ ਕੁਐਸਚਨ ਪੁੱਛਣਾ, ਤੁਹਾਡਾ ਵੱਡਾ ਭਰਾ ਵਲਾਦ ਦੇ ਵਿੱਚ ਕੰਮ ਕਰ ਰਿਹਾ, ਸਾਰੀ ਜ਼ਿੰਦਗੀ ਉਹਨੇ ਕੰਮ ਕਰਕੇ ਤੈਨੂੰ ਪੈਸੇ ਭੇਜੇ ਨੇ, ਉਹਨੂੰ ਕੋਈ ਕ੍ਰੋਨਿਕ ਡਿਜ਼ੀਜ਼ ਹੋ ਗਿਆ, ਉਹਨੂੰ ਗੁਰਦੇ ਦੀ ਲੋੜ ਹੈ, ਤੇ ਜਿਹੜਾ ਭਰਾ ਸਾਰੀ ਜ਼ਿੰਦਗੀ ਖਾਂਦਾ ਰਿਹਾ, ਉਹਨ ਆਪਣਾ ਗੁਰਦਾ ਦੇਵੇਗਾ ਵੱਡੇ ਭਰਾ ਸਵਾਲ ਹੀ ਨਹੀਂ ਪੈਦਾ ਹੁੰਦਾ ਨਹੀਂ ਭਾਜੀ ਗੱਲ ਸੁਣ, ਨਹੀਂ ਗੁਰਦਾ ਦੇਵੇਗਾ ਕਿ ਮੈਂ ਨਹੀਂ? ਤੁਹਾਨੂੰ ਦੱਸਣ ਲੱਗਾ ਵਾ, ਜੁਗਤਾ ਨਾ ਮਾਰ, ਸਵਾਲ ਦਾ ਜਵਾਬ ਦੇ। ਜਿਹੜੀ ਰਾਤ ਕਬਰ ਵਿੱਚ ਉਹ ਕਬਰ ਹੀ 'ਚ ਬਸ, ਇਹ ਵੀ ਤਾਂ ਤਕਦੀਰ ਦਾ ਫੈਸਲਾ ਹੈ ਤਕਦੀਰ ਦਾ ਫੈਸਲਾ ਕਿ ਉਹ ਮਰ ਜਾਵੇ, ਉਹ ਮਰ ਜਾਵੇ ਬਸ। ਮੈਂ ਗੁਰਦਾ ਨਹੀਂ ਦੇਣਾ। ਨਹੀਂ ਹੋ ਸਕਦਾ ਕੋਈ ਕਿਸੇ ਨੇ ਦੇਣਾ ਸਰ ਦੇਖੋ, ਅਗਰ ਕੋਈ ਗਾਰੰਟੀ ਹੈ ਕਿ ਗੁਰਦਾ ਦੇਣ ਨਾਲ ਕੋਈ ਦੇਣਾ। ਬਚ ਜਾਏਗਾ ਤਾਂ ਫਿਰ ਤਾਂ ਸ਼ਾਇਦ ਸੋਚ ਵੀ ਲੈਣ। ਗਾਰੰਟੀ ਦੇ ਸਕਦੇ ਹੋ ਤੁਸੀਂ?
ਨਹੀਂ ਦੇ ਸਕਦੇ ਨਹੀਂ ਤੇ ਜਿਹੜੀ ਤੇ ਕਬਰ ਉੱਥੇ ਚ ਤੁਸੀਂ ਅੱਲਾ ਮੀਆਂ ਦੇ ਪਾਸ ਜ਼ਿੰਦਗੀ ਆ। ਮੌਤ ਤੇ ਅੱਲਾ ਤੇ ਹੈ ਨਾ। ਉੱਥੇ ਤੁਸੀਂ ਅੱਲਾ ਮੀਆਂ ਹੋਰ ਦੇ ਕਿਤੇ ਤੇ ਪਾਸ ਪਾਈ ਭਾਜੀ ਤੇ ਪੈਸੇ ਕਿਉਂ ਭਰਾ ਤੇ ਪਾ ਤੇ ਉਹ ਵੀ ਅੱਲਾ ਮੀਆਂ ਤੇ ਪਾਓ ਨਾ। ਹਾਂ ਅੱਲਾ ਮੀਆਂ ਅੱਲਾ ਨੇ ਫਿਰ ਮੀਆਂ ਵਸੀਲਾ ਸੋਚਦੇ ਬਣਾਇਆ ਨੇ ਨਾ। ਅੱਲਾ ਮੀਆਂ ਤੇ ਪਾ ਦੋ ਪਾਕਿਸਤਾਨੀਆਂ ਕਿ ਦਾ ਅੱਲਾ ਮੀਆਂ double ਭੇਜ ਦੇਵੇਗਾ standard ਹੈ, ਪੈਸੇ। ਇਹਨਾਂ ਦੇ ਮੈਂ double ਨਹੀਂ ਕੰਮ standard ਨੇ ਕਰਨਾ। ਔਰ ਤੁਸੀਂ ਕੁਝ ਦੋਵੇਂ ਨਹੀਂ। ਪਾਕਿਸਤਾਨ ਆਓ ਜ਼ਰਾ ਤੁਹਾਨੂੰ ਕਰਨੇ ਆ ਬਲੈਕ ਲਿਸਟ ਤੁਹਾਨੂੰ ਨਹੀਂ FIA ਤੋਂ ਅੰਦਰ ਆਣ ਦਿੰਦੇ ਇਹਨਾਂ ਨੂੰ ਨਹੀਂ ਆਣ ਦੇਣਾ ਹੈਗਾ ਇਹਨਾਂ ਨੇ ਮਜ਼ਾਕ ਬਣਾਇਆ ਦਾ ਠੀਕ ਹੈ ਜਨਾਬ ਚਲੋ ਭੁਗਤਣਾ ਜੀ ਤੁਹਾਨੂੰ। ਜਜ਼ਾਕ ਅੱਲਾ ਜੀ।